ਅੰਗਰੇਜ਼ੀ ਸਮੇਂ ਦੀ ਲੋੜ ਹੈ, ਅੰਗਰੇਜ਼ੀ ਸਟੇਟਸ ਸਿੰਬਲ ਹੈ, ਅੰਗਰੇਜ਼ੀ ਇੱਕ ਫੋਬੀਆ ਵੀ ਹੈ। ਦੋਸਤੋ ਅੱਜ ਕੱਲ੍ਹ ਅਸੀਂ ਜਿਸ ਗਲੀ ਗਲਿਆਰੀ ਮਰਜ਼ੀ ਚਲੇ ਜਾਈਏ ਉੱਥੇ ਅੰਗਰੇਜ਼ੀ ਸਾਨੂੰ ਲਿਖੀ ਪੜ੍ਹਨ ਨੂੰ ਮਿਲੀ ਜਾਂਦੀ ਹੈ। ਹੁਣ ਜੇਕਰ ਅਸੀਂ ਅੰਗਰੇਜ਼ੀ ਗਲਤ ਬੋਲਦੇ ਹਾਂ ਉੱਥੇ ਸਾਨੂੰ ਹੱਤਕ ਮਹਿਸੂਸ ਹੁੰਦੀ ਹੈ, ਪਰ ਅਸੀਂ ਜੇਕਰ ਆਪਣੀ ਮਾਤ ਭਾਸ਼ਾ ਨੂੰ ਗਲਤ ਬੋਲੀਏ ਉੱਥੇ ਸਾਨੂੰ ਸ਼ਰਮ ਨਹੀਂ ਆਉਂਦੀ। ਅੰਗਰੇਜ਼ੀ ਗਲਤ ਬੋਲੀਏ ਸਾਨੂੰ ਮਾੜਾ ਮਹਿਸੂਸ ਹੁੰਦਾ ਹੈ। ਖੈਰ ਅੰਗਰੇਜ਼ੀ ਦਾ ਹੁਣ ਤਲੱਫੁਜ਼ ਜਿਹੜਾ ਹੈ ਜਾਂ ਉਚਾਰਨ ਜਾਂ ਪ੍ਰੋਨਾਂਸੀਏਸ਼ਨ ਉਹ ਸਹੀ ਕਿਵੇਂ ਕੀਤੀ ਜਾਵੇ, ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ। ਅਤੇ ਅੰਗਰੇਜ਼ੀ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ ਇਹ ਗੱਲ ਕਰਾਂਗੇ। ਪ੍ਰੋਫੈਸਰ ਸਾਧੂ ਸਿੰਘ ਸਾਡੇ ਨਾਲ ਬਣੇ ਨੇ, ਇਹਨਾਂ ਤੋਂ ਜਾਣਦੇ ਹਾਂ। ਪ੍ਰੋਫੈਸਰ ਸਾਹਿਬ, ਤੁਸੀਂ ਅਕਸਰ ਕਹਿੰਦੇ ਹੋ ਨਾ ਵੀ ਅੰਗਰੇਜ਼ੀ ਕਿਉਂਕਿ ਅਸੀਂ ਬਾਹਰਲੇ ਬੰਦੇ ਹਾਂ, ਇਹ ਸਾਡੀ ਭਾਸ਼ਾ ਹੈ ਨਹੀਂ, ਇਹਦੇ 'ਚ ਆਪਾਂ ਡਿਗਰੀ ਤਾਂ ਕਰ ਸਕਦੇ ਹਾਂ ਪਰ ਇਹਦੀ ਮਾਸਟਰੀ ਨਹੀਂ ਕਰ ਸਕਦੇ। ਕਿੰਨੀ ਕੁ ਨੈਸੈਸਰੀ ਹੈ ਅੰਗਰੇਜ਼ੀ? ਦੇਖੋ, ਹਾਲਾਤ ਇਹ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਹਾਲਾਤ, ਜਦੋਂ ਕਿ ਹਰ ਇੱਕ ਬੱਚਾ ਹੀ ਜਿਹੜਾ ਹੈ ਉਹਦੇ ਦਿਮਾਗ 'ਚ ਇਹੋ ਹੀ ਹੈ ਕਿ ਮੈਂ ਮੈਟ੍ਰਿਕ ਕਰ ਲਈ, ਮੈਂ +2 ਕਰ ਲਈ ਅਤੇ ਇਸ ਤੋਂ ਬਾਅਦ ਮੈਂ IELTS ਕਰਕੇ ਅਤੇ ਮੈਂ ਬਾਹਰ ਜਾਣਾ। ਅਤੇ ਜਦੋਂ ਬਾਹਰ ਜਾਣਾ ਹੈ ਅਤੇ ਉੱਥੇ ਤਾਂ ਅੰਗਰੇਜ਼ੀ ਬੋਲਣੀ ਪੈਣੀ ਹੈ ਅਤੇ ਅੰਗਰੇਜ਼ੀ ਸੁਣਨੀ ਵੀ ਪੈਣੀ ਹੈ, ਸਮਝਣੀ ਵੀ ਪੈਣੀ ਹੈ। ਅਤੇ ਉਹਦੇ ਲਈ ਸਾਨੂੰ ਜਿਹੜਾ ਅੰਗਰੇਜ਼ੀ ਦੇ ਉਚਾਰਨ ਦੇ ਬਾਰੇ ਕੁਛ ਗਿਆਨ ਹੋਣਾ ਜ਼ਰੂਰੀ ਹੈ। ਅਤੇ ਬਹੁਤ ਸਾਰੀਆਂ ਕਮੀਆਂ ਸਾਡੇ ਉਚਾਰਨ ਦੇ ਵਿੱਚ ਹਨ ਜਿਹੜੀਆਂ ਕਿ ਸਾਡੇ ਲਈ ਪ੍ਰੋਬਲਮ ਬਣ ਜਾਂਦੀਆਂ ਨੇ ਜਦੋਂ ਅਸੀਂ ਬਾਹਰ ਜਾਂਦੇ ਹਾਂ। ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ P ਆ ਗਈ ਉਸ ਨੂੰ ਅਸੀਂ ਪ ਬੋਲਣਾ ਹੈ, ਠੀਕ ਹੈ ਨਾ। ਅਤੇ ਪਰ ਇਹ P ਜਿਹੜੀ ਹੈਗੀ ਹੈ ਇਹਦੇ ਬਹੁਤ ਸਾਰੇ ਪੋਜੀਸ਼ਨਲ ਵੇਰੀਐਂਟਸ ਹੈਗੇ ਨੇ। ਪੰਜਾਬੀ 'ਚ ਅਸੀਂ ਫ ਆਵਾਜ਼ ਫੱਫਾ ਯੂਜ਼ ਕਰਦੇ ਹਾਂ, ਪਰ ਅੰਗਰੇਜ਼ੀ 'ਚ ਫੱਫਾ ਆਪਣੇ ਆਪ 'ਚ ਇੱਕ ਫਨੀਮ, ਇੱਕ ਇੰਡੀਪੈਂਡੈਂਟ ਆਵਾਜ਼ ਨਹੀਂ ਹੈਗੀ, ਇਹ ਪ ਦਾ ਇੱਕ ਰੂਪ ਹੈ। ਹੁਣ ਅੰਗਰੇਜ਼ੀ 'ਚ ਪ ਜਿਹੜਾ ਹੈਗਾ ਉਹ ਜਦੋਂ ਵਰਡ ਦੇ ਸ਼ੁਰੂ 'ਚ ਆਵੇ ਅਤੇ ਵਰਡ ਦਾ ਪਹਿਲਾ ਸਿਲੇਬਲ ਜਿਹੜਾ ਹੈ ਉਹ ਸਟ੍ਰੈਸਡ ਹੋਵੇ ਤਾਂ ਉਸ ਪ ਨੂੰ ਫ ਬਣਾ ਕੇ ਬੋਲਿਆ ਜਾਂਦਾ। ਅਸੀਂ ਅਕਸਰ ਇਹ ਸਮਝਦੇ ਹਾਂ ਕਿ F ਜਿੱਥੇ ਆ ਗਿਆ, PH ਆ ਗਿਆ, ਉੱਥੇ ਫੱਫਾ ਆਏਗਾ। ਐਕਚੁਅਲੀ ਅੰਗਰੇਜ਼ੀ 'ਚ ਉੱਥੇ ਫ ਆਉਂਦਾ ਹੀ ਨਹੀਂ, ਉਹ ਫੱਫੇ ਪੈਰ ਬਿੰਦੀ ਦੀ ਆਵਾਜ਼ ਹੁੰਦੀ ਆ ਜੀ, ਠੀਕ ਹੈ ਨਾ। ਅਤੇ ਹੁਣ ਅਸੀਂ ਨੋਰਮਲੀ ਅਸੀਂ ਕੀ ਦੇਖਦੇ ਹਾਂ ਕਿ FILL ਜਿਹੜਾ ਹੈਗਾ ਉਹ ਕੀ ਹੈ, ਫਿਲ ਜੀ, ਜਦੋਂ ਕਿ ਉਹ ਐਕਚੁਅਲੀ ਹੈ ਫਿਲ ਜੀ। ਔਰ PILL ਜਿਹੜਾ ਹੈਗਾ, ਸਾਨੂੰ ਜਿਹੜਾ ਹੈਗਾ ਨਾ, ਜੇ ਕੋਈ ਫਿਲ ਕਹਿ ਦੇਵੇ ਜੋ ਕਿ ਉਹਦਾ ਸਹੀ ਪ੍ਰੋਨਾਂਸੀਏਸ਼ਨ ਹੈ ਜੀ, ਤੇ ਸਾਨੂੰ ਲੱਗਦਾ ਵੀ ਇਹ ਗਲਤ ਬੋਲੀ ਜਾਂਦਾ ਜੀ, ਠੀਕ ਹੈ ਨਾ। ਅਸੀਂ ਕਹਿੰਦੇ ਹਾਂ ਵੀ ਇਹ ਤੂੰ ਪਿਲ ਕਹਿ, ਬਿਲਕੁਲ ਠੀਕ ਹੈ ਨਾ। ਜਦੋਂ ਬਾਹਰ ਜਾਣਾ ਤਾਂ ਉਹ PILL ਉਹਨਾਂ ਨੂੰ ਫਿਲ ਸੁਣਨਾ ਪੈਣਾ, ਐਗਜ਼ੈਕਟਲੀ, ਠੀਕ ਹੈ ਨਾ। ਇਸੇ ਤਰ੍ਹਾਂ ਕੁਝ ਹੋਰ ਸਾਊਂਡਸ ਨੇ ਜੀ, ਅਸੀਂ ਲਾਵਾਂ ਦੀ ਮਾਤਰਾ ਯੂਜ਼ ਕਰਦੇ ਹਾਂ ਇੱਥੇ। ਅੰਗਰੇਜ਼ੀ ਦੇ ਵਿੱਚ ਐਕਚੁਅਲੀ ਲਾਵਾਂ ਦੀ ਮਾਤਰਾ ਕੋਈ ਹੈ ਹੀ ਨਹੀਂ, ਠੀਕ ਹੈ ਨਾ। ਉੱਥੇ ਜਿੱਥੇ ਅਸੀਂ ਲਾਵਾਂ ਲਾਉਂਦੇ ਹਾਂ ਨਾ ਜੀ, ਉਹ ਉੱਥੇ ਉਹਨੂੰ ਡਿਫਥੋਂਗ ਕਹਿੰਦੇ ਨੇ। ਡਿਫਥੋਂਗ ਹੁੰਦਾ ਦੋ ਮਾਤਰਾਵਾਂ ਦਾ ਮੇਲ ਜਿਹੜਾ ਹੈਗਾ, ਜਿਹਨੂੰ ਕਿ ਇੱਕ ਵਾਵਲ ਗਿਣਦੇ ਨੇ ਉਹ, ਠੀਕ ਹੈ ਨਾ। ਅਸੀਂ ਕਹਿੰਦੇ ਹਾਂ ਮੇਕ, ਅਤੇ ਉਹ ਅਸੀਂ ਉੱਥੇ ਜਦੋਂ ਸੁਣ ਜਾਂਦੇ ਹਾਂ ਤਾਂ ਸਾਨੂੰ ਸੁਣਨ 'ਚ ਆਉਂਦਾ ਮੈਕ ਜੀ। ਉਹ ਅਸੀਂ ਏ ਲਾਉਂਦੇ ਹਾਂ ਮਾਤਰਾ ਅਤੇ ਉਹ ਐ ਅਤੇ ਫਿਰ ਈੜੀ ਸਿਆਰੀ, ਮੈਕ, ਰਾਈਟ, ਵਾਟਸ ਰਾਈਟ, ਠੀਕ ਹੈ ਨਾ। ਤਾਂ ਇਹ ਚੀਜ਼ਾਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ, ਇਸੇ ਤਰ੍ਹਾਂ ਮੈਂ ਪ ਦੀ ਇੱਕ ਐਗਜ਼ਾਮਪਲ ਦਿੱਤੀ ਹੈਗੀ ਹੈ। ਦੋ ਆਵਾਜ਼ਾਂ ਹੋਰ ਨੇ ਅੰਗਰੇਜ਼ੀ ਦੀਆਂ, ਟ ਔਰ ਕ। ਇਹ ਜਦੋਂ ਜਿਹੜਾ ਹੈਗਾ ਵਰਡ ਦੇ ਸ਼ੁਰੂ ਵਿੱਚ ਆਉਂਦੀਆਂ ਨੇ ਅਤੇ ਉਹਨਾਂ ਨੂੰ ਜਿਹੜਾ ਹੈਗਾ ਵਰਡ ਦੇ ਵਿੱਚ ਸਟ੍ਰੈਸ ਵੀ ਸ਼ੁਰੂ ਦੇ ਵਿੱਚ ਹੀ ਆਉਂਦਾ ਹੋਵੇ ਜੀ, ਤਾਂ ਟ ਨੂੰ ਠ ਬੋਲਿਆ ਜਾਂਦਾ ਔਰ ਕ ਨੂੰ ਖ ਬੋਲਦੇ ਨੇ ਜੀ। ਠ ਔਰ ਖ ਅੰਗਰੇਜ਼ੀ 'ਚ ਆਪਣੇ ਆਪ 'ਚ ਕੋਈ ਆਵਾਜ਼ਾਂ ਨਹੀਂ, ਪਰ ਟ ਦਾ ਇੱਕ ਰੂਪ ਜਿਹੜਾ ਹੈਗਾ ਉਹ ਕ੍ਰੀਏਟ ਕਰ ਲੈਂਦੇ, ਉਹ ਠ ਹੈ। ਇਸੇ ਤਰ੍ਹਾਂ ਕ ਦਾ ਇੱਕ ਰੂਪ ਜਿਹੜਾ ਹੈ ਉਹ ਖ ਹੈ।
ਹੁਣ KILL ਜਿਹੜਾ ਹੈਗਾ ਉਸ ਨੂੰ ਜਦੋਂ ਕੋਈ ਬੰਦਾ ਬਾਹਰ ਅਸੀਂ ਸੁਣਦੇ ਹਾਂ, ਜਦੋਂ ਉਹਨੂੰ ਖਿਲ ਕਹਿੰਦਾ ਹੈ, ਤੇ ਸਾਨੂੰ ਇਹ ਕਿੱਦਾਂ ਲੱਗਦਾ ਵੀ ਇਹ ਕੀ ਬੋਲੀ ਜਾਂਦਾ ਹੈ। ਜੀ ਸਾਡੇ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਜੀ ਇਸੇ ਤਰ੍ਹਾਂ ਅਸੀਂ ਰੋਡ ਕਹਿੰਦੇ ਆ, ਪਰ ਜਦੋਂ ਸਾਨੂੰ ਜਿਹੜਾ ਰੋਡ ਦੀ ਬਜਾਏ ਰੋਡ ਸੁਣਨ ਚ ਆਉਂਦਾ ਹੈਗਾ, ਤਾਂ ਉਹ ਰੋਡ ਅਸੀਂ ਦੇਖਦੇ ਹਾਂ ਵੀ ਇਹ ਕੀ ਬੋਲੀ ਜਾਂਦਾ, ਸਾਨੂੰ ਸਮਝ ਨਹੀਂ ਲੱਗਦਾ ਵੀ ਇਸ ਦਾ ਮਸਲਾ ਇੱਕ ਇਹ ਵੀ ਹੈ ਨਾ ਪ੍ਰੋਫੈਸਰ ਸਾਹਿਬ ਕਿ ਹੁਣ ਜਿਵੇਂ ਹਿੰਦੀ ਦੀ ਦੇਵਨਾਗਰੀ ਜਿਹੜੀ ਸਕ੍ਰਿਪਟ ਹੈ ਉਹਦੇ ਸਾਡੇ ਕੋਲ ਉੱਥੇ 45 ਅੱਖਰ ਨੇ, 35 ਅੱਖਰੀ ਸਾਡੀ ਪੰਜਾਬੀ ਹੈ, ਤੇ ਅੰਗਰੇਜ਼ੀ 'ਚ ਸਾਡੇ ਕੋਲ ਇਕੱਲੇ 6 ਮਾਫ ਕਰਨਾ, ਅੰਗਰੇਜ਼ੀ ਵਿੱਚ ਸਾਡੇ ਕੋਲ 26 ਲੈਟਰਸ ਨੇ, ਅਲਫਾਬੈਟਸ ਨੇ। ਸੋ ਇਹ ਇੱਥੇ ਕਿਤੇ ਨਾ ਕਿਤੇ ਉਹ ਆਉਂਦਾ ਨਾ ਕਿ ਗਲਿਚ ਆਉਂਦਾ, ਮੈਨੂੰ ਲੱਗਦਾ ਵੀ ਸਾਡੇ ਕੋਲ ਜ਼ਿਆਦਾ ਧਵਨੀਆਂ ਨੇ, ਫਿਰ ਅਸੀਂ ਉੱਦਾਂ ਹੀ ਉਹਨੂੰ ਕਿਉਂਕਿ ਪ੍ਰੋਨਾਊਂਸ ਕਰਨ ਦੇ ਆਦੀ ਹਾਂ, ਤੇ ਅਸੀਂ ਉਹੀ ਜਿਹੜਾ ਸੇਮ ਪੈਰਾਮੀਟਰ ਹੈ ਉਹ ਅੰਗਰੇਜ਼ੀ ਤੇ ਅਪਲਾਈ ਕਰ ਦਿੰਦੇ ਹਾਂ। ਅੰਗਰੇਜ਼ੀ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈਗੀ ਹੈ, ਪਹਿਲੀ ਗੱਲ ਤਾਂ ਕਿ ਲਿਖਣ ਦੇ ਵਿੱਚ ਜਿਹੜੀ ਅਲਫਾਬੈਟ ਯੂਜ਼ ਕੀਤੀ ਜਾਂਦੀ ਹੈ ਉਹਦੇ 'ਚ 26 ਅੱਖਰ ਹਨ ਸਿਰਫ, ਤੇ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਧੁਨੀਆਂ ਵਰਤੀਆਂ ਜਾਂਦੀਆਂ ਨੇ, ਆਵਾਜ਼ਾਂ ਵਰਤੀਆਂ ਜਾਂਦੀਆਂ ਨੇ, ਉਹ ਜਿਹੜੀ ਹੈ 24 ਤਾਂ ਕਨਸੋਨੈਂਟ ਨੇ ਤੇ 20 ਵਾਵਲ ਨੇ ਜੀ, ਠੀਕ ਹੈ ਨਾ। ਹੁਣ ਇਹ 44 ਆਵਾਜ਼ਾਂ ਨੂੰ 26 ਅੱਖਰਾਂ ਨਾਲ ਡਿਪਿਕਟ ਕਰਨਾ, ਇਹ ਇੱਕ ਬੜੀ ਪ੍ਰੋਬਲਮ ਹੋ ਜਾਂਦੀ ਹੈ। ਦੂਜੀ ਪ੍ਰੋਬਲਮ ਇਸ ਗੱਲ ਤੇ ਆਉਂਦੀ ਹੈ ਕਿ ਇਹ ਜਿਹੜੇ ਅੱਖਰ ਜਿਹੜੇ ਹੈਗੇ ਨੇ ਉਹ ਜਦੋਂ ਲਿਖਣ ਦੇ ਵਿੱਚ ਆਉਂਦੇ ਨੇ ਨਾ, ਉਹ ਕੋਈ ਅੱਖਰ ਕਿਸੇ ਵਰਡ 'ਚ ਕਿਸੇ ਤਰ੍ਹਾਂ ਦੀ ਆਵਾਜ਼ ਦੇ ਜਾਂਦਾ, ਕਿਸੇ ਵਰਡ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਆਵਾਜ਼ ਦੇ ਜਾਂਦਾ। ਉਹਨਾਂ ਦੀ ਜਿਹੜੀ ਆਊਟਪੁੱਟ ਉਹਨਾਂ ਦੇ ਉਹ ਬਿਲਕੁਲ ਡਿਫਰ ਕਰਦੀਆਂ ਰਹਿੰਦੀਆਂ ਨੇ ਵਰਡ ਟੂ ਵਰਡ ਜੀ, ਤੇ ਅਸੀਂ ਕਨਫਿਊਜ਼ ਹਾਂ ਕਿ ਇਹਨੂੰ ਜਿਹੜਾ ਹੈਗਾ ਕਿ ਇੱਥੇ ਇਹਨੂੰ ਕੀ ਬੋਲੀਏ ਜੀ, ਠੀਕ ਹੈ ਨਾ। ਔਰ ਫਿਰ ਸੇਮ ਆਵਾਜ਼ ਨੂੰ ਸਪੈਲ ਕਰਨ ਦੇ ਲਈ ਉਹ ਕਿਤੇ ਕੋਈ ਸਪੈਲਿੰਗ ਯੂਜ਼ ਕਰ ਲੈਂਦੇ ਨੇ, ਕਿਤੇ ਕੋਈ ਸਪੈਲਿੰਗ ਯੂਜ਼ ਕਰ ਲੈਂਦੇ ਨੇ, ਕਿਤੇ ਇੱਕ ਸਪੈਲਿੰਗ ਆ ਜਾਂਦਾ, ਕਿਤੇ ਦੂਜਾ ਸਪੈਲਿੰਗ ਆ ਜਾਂਦਾ, ਉਹ ਫਿਰ ਹੋਰ ਕਨਫਿਊਜ਼ਿੰਗ ਹੋ ਜਾਂਦਾ। ਤੇ ਫਿਰ ਇੱਕ ਹੋਰ ਜਿਹੜੀ ਚੀਜ਼ ਹੈਗੀ ਹੈ ਨਾ, ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਜਿਹੜਾ ਹੈਗਾ ਕਿਹੜਾ ਲੈਟਰ ਸਾਇਲੈਂਟ ਰਹਿ ਜਾਣਾ। ਜੀ ਬਿਲਕੁਲ, ਹਾਂਜੀ। ਹੁਣ UK ਦੇ ਵਿੱਚ ਕੁਝ ਸ਼ਹਿਰਾਂ ਦੇ ਨਾਂ ਹਨ, ਠੀਕ ਹੈ ਨਾ, ਉਹ ਲਿਖਦੇ ਤਾਂ ਹੈਗੇ ਨੇ, ਇੱਕ ਸ਼ਹਿਰ ਹੈ ਉਹਦਾ ਲਿਖਦੇ ਹੈਗੇ ਨੇ LEICESTER। ਹੁਣ ਜੇ ਅਸੀਂ ਸਪੈਲਿੰਗ ਨੂੰ ਦੇਖ ਕੇ ਉਹਨੂੰ ਪੜ੍ਹਨਾ ਤੇ ਅਸੀਂ ਵੱਧ ਤੋਂ ਵੱਧ ਕੀ ਕਰਾਂਗੇ, ਲਿਸੈਸਟਰ ਪੜ੍ਹਾਂਗੇ, ਤੇ ਉਹ ਜਦ ਅਸਲ 'ਚ ਉਹ ਹੈ ਕੀ ਬੋਲਦੇ ਨੇ ਉਹਨੂੰ, ਲੈਸਟਰ, ਠੀਕ ਹੈ ਨਾ। ਇੱਕ ਹੋਰ ਹੈ ਸ਼ਹਿਰ, ਉਹਦੇ ਸਪੈਲਿੰਗ ਕਰਦੇ ਨੇ WORCESTER, ਤਾਂ ਅਸੀਂ ਪੜ੍ਹਾਂਗੇ ਵੋਰਸੈਸਟਰ ਪੜ੍ਹਾਂਗੇ, ਤੇ ਐਕਚੁਅਲੀ ਉਹ ਹੈਗਾ ਵੁਸਟਰ। ਤੇ ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਇਹਨੂੰ ਕੀ ਬੋਲਣਾ, ਕਿ ਅਸੀਂ ਤਾਂ ਜੋ ਸਪੈਲਿੰਗ ਦੇਖਿਆ ਹੋਇਆ ਨਾ, ਵੀ ਆਰ ਗਾਈਡਡ ਬਾਈ ਦਾ ਸਪੈਲਿੰਗ, ਠੀਕ ਹੈ ਨਾ। ਔਰ ਸਪੈਲਿੰਗ ਸਾਨੂੰ ਧੋਖਾ ਦੇ ਜਾਂਦੇ ਨੇ। ਤੇ ਐਦਾਂ ਡਿਕਸ਼ਨਰੀ ਵੀ ਸਾਨੂੰ ਕਿਤੇ ਧੋਖਾ ਦਿੰਦੀ ਹੈ, ਕਿਉਂਕਿ ਐਗਜ਼ੈਕਟ ਤੁਸੀਂ ਉੱਦਾਂ ਸਪੈਲਿੰਗਸ ਨੂੰ ਜਦੋਂ ਦੇਖ ਕੇ ਪੜ੍ਹਦੇ ਹੋ, ਜਦੋਂ ਧਵਨੀਆਂ ਦੇਖ ਕੇ ਪੜ੍ਹਦੇ ਹੋ, ਕਿਤੇ ਨਾ ਕਿਤੇ ਉੱਥੇ ਬੰਦਾ ਮਾਰ ਨਹੀਂ ਖਾਂਦਾ। ਦੇਖੋ ਬੱਚੇ, ਸਾਡੇ ਜਿਹੜਾ ਹੈਗਾ ਐਕਚੁਅਲੀ ਤੁਸੀਂ ਦੱਸੋ ਕਿ ਡਿਕਸ਼ਨਰੀ ਕਿਹੜੀ ਚੀਜ਼ ਵਾਸਤੇ ਯੂਜ਼ ਕਰਦੇ ਹਾਂ ਅਸੀਂ, ਕਿਸ ਵਰਡ ਮੀਨਿੰਗਲੀ, ਮੀਨਿੰਗਸ ਦੇ ਲਈ। ਸਾਡੇ ਚੋਂ ਬਹੁਤੇ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਡਿਕਸ਼ਨਰੀ ਦੇ ਵਿੱਚ ਪ੍ਰੋਨਾਂਸੀਏਸ਼ਨ ਵੀ ਦਿੱਤਾ ਹੋਇਆ ਹੁੰਦਾ। ਬਿਲਕੁਲ। ਔਰ ਐਕਚੁਅਲੀ ਡਿਕਸ਼ਨਰੀ ਦੇ ਵਿੱਚ ਮੀਨਿੰਗ ਬਾਅਦ ਚ ਆਉਂਦਾ, ਪ੍ਰੋਨਾਂਸੀਏਸ਼ਨ ਪਹਿਲਾਂ ਪਹਿਲਾਂ ਆਉਂਦੀ ਦਿੱਤਾ। ਹੈ, ਬਿਲਕੁਲ ਐਗਜ਼ੈਕਟ ਜੀ। ਪਰ ਪ੍ਰੋਬਲਮ ਇਹ ਹੈ ਕਿ ਉਸ ਪ੍ਰੋਨਾਂਸੀਏਸ਼ਨ ਨੂੰ ਦੇਖਣ ਲਈ, ਉਹ ਪ੍ਰੋਨਾਂਸੀਏਸ਼ਨ ਦੇਣ ਲਈ ਬਹੁਤੀਆਂ ਡਿਕਸ਼ਨਰੀਜ਼, ਸਟੈਂਡਰਡ ਡਿਕਸ਼ਨਰੀਜ਼ ਜਿਹੜੀਆਂ ਨੇ ਨਾ, ਉਹ ਇੱਕ ਸਪੈਸ਼ਲ ਐਲਫਾਬੈਟ ਹੈ, ਉਸ ਨੂੰ IPA ਕਹਿੰਦੇ ਨੇ, ਇੰਟਰਨੈਸ਼ਨਲ ਫਨੈਟਿਕ ਐਲਫਾਬੈਟ ਜੀ, ਉਹਦੇ ਸਿੰਬਲਸ ਯੂਜ਼ ਕਰਦੀਆਂ ਨੇ। ਔਰ ਉਹ ਸਿੰਬਲਸ ਜਿਹੜੇ ਨੇ ਉਹ ਸਾਨੂੰ ਆਮ ਆਦਮੀ ਨੂੰ ਪਤਾ ਨਹੀਂ ਹੁੰਦਾ, ਇਸ ਕਰਕੇ ਉਹ ਪ੍ਰੋਨਾਂਸੀਏਸ਼ਨ ਦਿੱਤਾ ਤਾਂ ਹੁੰਦਾ ਪਰ ਅਸੀਂ ਉਸ ਨੂੰ ਪੜ੍ਹ ਨਹੀਂ ਸਕਦੇ। ਜੀ ਬਿਲਕੁਲ, ਠੀਕ ਹੈ ਨਾ। ਉਹਦੇ ਲਈ ਸਾਨੂੰ IPA ਦੇ ਸਿੰਬਲਸ ਸਿੱਖਣੇ ਚਾਹੀਦੇ ਨੇ, ਸਿੱਖਣੇ ਪੈਣਗੇ। ਚਲੋ ਸ਼ੁਰੂ 'ਚ ਨਹੀਂ, ਲੇਟਰ ਸਟੇਜ 'ਤੇ ਤਾਂ ਅਗਰ ਅਸੀਂ ਚਾਹੁੰਦੇ ਹਾਂ ਕਿ ਥੋੜ੍ਹਾ ਬਹੁਤਾ ਅਸੀਂ ਪ੍ਰੋਨਾਂਸੀਏਸ਼ਨ ਜਿਹੜਾ ਵੈਰੀਫਾਈ ਕਰ ਸਕੀਏ, ਤਾਂ ਉਹ ਸਿੰਬਲ ਸਾਨੂੰ ਸਾਡੇ ਲਈ ਸਿੱਖਣੇ
ਜ਼ਰੂਰੀ। ਲਾਜ਼ਮੀ ਨੇ। ਤੁਸੀਂ ਜਿਵੇਂ ਗੱਲ ਕੀਤੀ ਸਟ੍ਰੈਸ ਦੀ ਗੱਲ ਕੀਤੀ ਹੈ ਤੇ ਹੁਣ ਜਿਵੇਂ ਵੈਰੀ ਬਿਗਨਿੰਗ ਤੋਂ ਜਦੋਂ ਬੱਚਾ ਜਾਂਦਾ ਸਕੂਲ ਤਾਂ ਉਹਨੂੰ ਕਿਤੇ ਨਾ ਕਿਤੇ ਨਾ ਫੋਨਿਕ ਸਾਊਂਡਸ ਉਹ ਸਿਖਾਉਂਦੇ ਆ ਤੇ ਹੁਣ ਜਦੋਂ ਸਾਊਂਡਸ ਨੂੰ ਸੁਣ ਕੇ ਤੁਸੀਂ ਅੰਗਰੇਜ਼ੀ ਲਿਖਣਾ ਸਿੱਖ ਸਕਦੇ ਹੋ ਕਿਉਂਕਿ ਸਾਊਂਡਸ ਵੀ ਕਿਤੇ ਕਿਤੇ ਫੇਰ ਦੁਬਾਰਾ ਮੈਂ ਉਹੀ ਗੱਲ ਦੁਹਰਾਉਂਗੀ ਵੀ ਗਲਤ ਹੋ ਜਾਂਦੀਆਂ ਨੇ ਇਸੇ ਕਰਕੇ ਐਗਜ਼ੈਕਟ ਪ੍ਰੋਨਾਂਸੀਏਸ਼ਨ ਸਾਡਾ ਬਣ ਹੀ ਨਹੀਂ ਸਕਦਾ ਜਿਵੇਂ ਨੈਸੈਸਿਟੀ ਵਾਲਾ ਕਿੱਸਾ ਤੁਸੀਂ ਜ਼ਰੂਰ ਦੱਸੋ। ਇਹ ਪ੍ਰੋਨਾਂਸੀਏਸ਼ਨ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਪ੍ਰੋਨਾਂਸੀਏਸ਼ਨ ਦੇ ਵਿੱਚ ਦੋ ਮੇਜਰ ਚੀਜ਼ਾਂ ਹਨ। ਜੀ। ਇੱਕ ਚੀਜ਼ ਹੈ ਧੁਨੀ ਤੇ ਦੂਜੀ ਚੀਜ਼ ਹੈ ਸਟ੍ਰੈਸ। ਜੀ। ਤੇ ਅਸੀਂ ਕਈ ਵਾਰੀ ਜਿਹੜਾ ਹੈਗਾ ਧੁਨੀ ਦੇ ਵਿੱਚ ਵੀ ਆਵਾਜ਼ ਵੀ ਗਲਤ ਯੂਜ਼ ਕਰ ਮਾਤਰਾ ਜਾਂ ਜਿਹੜਾ ਹੈਗਾ ਸਾਡਾ ਕੰਸੋਨੈਂਟ ਜੀ ਉਹ ਵੀ ਗਲਤ ਕਰ ਲੈਂਦੇ ਆ। ਤੇ ਜਿਹੜੀ ਹੈ ਜਿੱਥੋਂ ਤੱਕ ਸਟ੍ਰੈਸ ਦਾ ਤਾਲੁਕ ਹੈ ਉਹਦੇ ਬਾਰੇ ਤਾਂ ਅਸੀਂ ਵੀ ਆਰ ਨਾਟ ਐਟ ਆਲ ਅਵੇਅਰ, ਬਿਲਕੁਲ ਸਾਡੇ 'ਚ ਚੇਤਨਾ ਹੈ ਹੀ ਨਹੀਂ ਕਿ ਜਿਹੜਾ ਹੈਗਾ ਸਟ੍ਰੈਸ ਵੀ ਪ੍ਰੋਨਾਂਸੀਏਸ਼ਨ ਦਾ ਕੋਈ ਪਾਰਟ ਹੈਗਾ। ਠੀਕ ਹੈ ਨਾ। ਔਰ ਬਹੁਤੇ ਜਿਹੜੇ ਸ਼ਬਦ ਹਨ ਅੰਗਰੇਜ਼ੀ ਦੇ ਉਹਨਾਂ ਦੇ ਵਿੱਚ ਸਾਡਾ ਸਟ੍ਰੈਸ ਜਿਹੜਾ ਹੈ ਉਹ ਗਲਤ ਥਾਂ ਤੇ ਹੁੰਦਾ ਹੈ। ਬਿਲਕੁਲ। ਅਬ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਵਰਡ ਜਿਹੜਾ ਹੈ ਉਹਦਾ ਦੇਖ ਰਿਹਾ ਸੀ, ਮੈਂ ਦਿਮਾਗ 'ਚ ਆ ਗਿਆ ਮੇਰੇ ਕਿ ਇਹਦਾ ਸਹੀ ਪ੍ਰੋਨਾਂਸੀਏਸ਼ਨ ਕੀ ਹੋਏਗਾ। PERCENTAGE PERCENT ਅਸੀਂ ਪਰਸੈਂਟ ਜੀ ਪਰਸੈਂਟ ਬੋਲਦੇ ਹਾਂ ਪਰਸੈਂਟ, ਪਰ ਜਦੋਂ ਹੁਣ AGE ਅੱਗੇ ਲਗਾ ਦਿੱਤਾ ਤੇ ਉਹ ਬਣ ਗਿਆ ਪਰਸੈਂਟੇਜ। ਜੀ ਪਰਸੈਂਟੇਜ ਜਦੋਂ ਪਰਸੈਂਟ ਬੋਲਦੇ ਆ ਤਾਂ ਸਟ੍ਰੈਸ ਸ਼ੁਰੂ ਦੇ ਵਿੱਚ ਹੈ ਜੀ ਪ, ਔਰ ਸ਼ੁਰੂ 'ਚ ਪੀ ਹੈ ਔਰ ਸਟ੍ਰੈਸ ਵੀ ਸ਼ੁਰੂ ਦੇ ਹਿੱਸੇ ਦੇ ਉੱਤੇ ਹੈ, ਇਸ ਕਰਕੇ ਉਹ ਪੀ ਜਿਹੜਾ ਉਹ ਵੀ ਫ ਬਣਾ ਕੇ ਬੋਲਿਆ ਜਾਂਦਾ। ਜੀ। ਦੂਜੀ ਗੱਲ ਤੇ ਪਰਸੈਂਟ ਦੇ ਵਿੱਚ ਤਾਂ ਸਟ੍ਰੈਸ ਪ ਦੇ ਉੱਤੇ ਹੈ, ਪਰ ਜਦੋਂ ਪਰਸੈਂਟੇਜ ਉਦੋਂ ਸਟ੍ਰੈਸ ਜਿਹੜਾ ਉਹ ਸੈਨ ਦੇ ਉੱਤੇ ਚਲਿਆ ਜਾਂਦਾ। ਜੀ ਇਹ ਸਾਡੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੈਨੂੰ ਤਕਰੀਬਨ ਕਹਿ ਲਓ 50 ਸਾਲ ਹੋ ਗਏ ਪ੍ਰੋਨਾਂਸੀਏਸ਼ਨ ਦੇ ਬਾਰੇ ਜਿਹੜਾ ਅਵੇਅਰਨੈਸ ਜਦੋਂ ਮੈਨੂੰ ਆਈ ਗਲਤ ਸਟ੍ਰੈਸ ਦੇ ਬਾਰੇ, ਪਰ 50 ਸਾਲ ਬਾਅਦ ਵੀ ਮੈਂ ਨਹੀਂ ਕਹਿ ਸਕਦਾ ਕਿ ਮੈਨੂੰ ਹਰ ਵਰਡ ਦਾ ਠੀਕ ਪ੍ਰੋਨਾਂਸੀਏਸ਼ਨ ਉਹਦੇ 'ਚ ਕਿੱਥੇ ਸਟ੍ਰੈਸ ਪ੍ਰਾਇਮਰੀ ਸਟ੍ਰੈਸ ਆਉਣਾ ਕਿੱਥੇ ਸੈਕੰਡਰੀ ਸਟ੍ਰੈਸ ਆਉਣਾ ਮੈਨੂੰ ਠੀਕ ਪਤਾ ਹੈ। ਮੈਂ ਹੁਣ ਵੀ ਬਹੁਤ ਸਾਰੇ ਵਰਡਸ ਦੇ ਵਿੱਚ ਗਲਤੀ ਕਰਦਾ। ਇੱਕ ਵਰਡ ਦੀ ਮੈਂ ਐਗਜ਼ਾਮਪਲ ਦਿੰਦਾ। ਮੈਂ ਕਲਾਸ ਦੇ ਵਿੱਚ ਇੱਕ ਲੈਸਨ ਜਿਹੜਾ ਸੀ ਨਾ ਉਹ ਜਿਹੜਾ ਐਕਚੁਅਲੀ ਕਿਤਾਬ ਦੇ ਵਿੱਚ ਪ੍ਰਿੰਟਡ ਨਹੀਂ ਸੀ, ਉਹਦੀ CD ਸੀ ਸਾਨੂੰ ਦਿੱਤੀ ਹੋਈ ਸੀ ਕਿ ਇਹ CD ਸੁਣਾਉਣੀ ਹੈ। ਉਹ CD ਮੈਂ ਸੁਣਾਉਣ ਲੱਗਿਆ ਕਲਾਸ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਬੰਦਾ ਪੜ੍ਹ ਰਿਹਾ ਸੀ ਨਾ ਉਹਦੇ 'ਚ ਕਈ ਵਾਰੀ ਵਰਡ ਆਉਂਦਾ ਸੀ ਤੇ ਉਹ ਬੋਲੀ ਜਾਏ ਸਟ੍ਰੈਟੇਜਿਕ ਸਟ੍ਰੈਟੇਜਿਕ ਸਟ੍ਰੈਟੇਜਿਕ। ਹੁਣ ਜਿਹੜਾ ਹੈ ਮੈਂ ਹੈਰਾਨ ਸੁਣ ਕੇ, ਕਿਉਂਕਿ ਮੈਂ ਉਦੋਂ ਤੱਕ ਮੈਂ ਤਾਂ ਉਹਨੂੰ ਸਟ੍ਰੈਟੇਜਿਕ ਕਹਿੰਦਾ ਰਿਹਾ ਸੀ। ਮੈਂ ਚੱਕਰ 'ਚ ਪੈ ਗਿਆ ਕਿ ਮੈਂ ਗਲਤ ਬੋਲਦਾ ਰਿਹਾ ਜਾਂ ਇਹ ਗਲਤ ਬੋਲੀ ਜਾ ਰਿਹਾ। ਤੇ ਬਾਅਦ ਦੇ ਵਿੱਚ ਮੈਂ ਜਿਹੜਾ ਹੈਗਾ ਉਸ ਨੂੰ ਵੈਰੀਫਾਈ ਕੀਤਾ, ਵਾਕਈ ਮੈਂ ਸਾਰੀ ਉਮਰ ਉਸ ਨੂੰ ਗਲਤ ਬੋਲਦਾ ਰਿਹਾ ਸੀ। ਉਹਦਾ ਸਹੀ ਪ੍ਰੋਨਾਂਸੀਏਸ਼ਨ ਸਟ੍ਰੈਟੇਜਿਕ ਸੀ। ਠੀਕ ਹੈ ਨਾ। ਹੁਣ ਇਹਦੇ 'ਚ ਕੀ ਹੈ, ਇੱਕ ਤਾਂ ਮਾਤਰਾ ਦਾ ਫਰਕ ਪੈ ਗਿਆ ਤੇ ਇੱਕ ਸਟ੍ਰੈਸ ਦਾ ਫਰਕ ਪੈ ਗਿਆ। ਜਦੋਂ ਮੈਂ ਸਟ੍ਰੈਟੇਜਿਕ ਕਹਿੰਦਾ ਸੀ ਤਾਂ ਮੈਂ ਸਟ੍ਰੈਸ ਦਿੰਦਾ ਸੀ ਸਟ੍ਰੈ ਦੇ ਉੱਤੇ, ਤੇ ਉਸ ਦੇ ਕਰੈਕਟ ਪ੍ਰੋਨਾਂਸੀਏਸ਼ਨ ਦੇ ਵਿੱਚ ਉਹਦੇ 'ਚ ਪ੍ਰਾਇਮਰੀ ਸਟ੍ਰੈਸ ਜਿਹੜਾ ਹੈ ਉਹ ਟੀ ਦੇ ਉੱਤੇ ਆਉਂਦਾ ਜੀ। ਦੂਜੀ ਗੱਲ ਜਿਹੜੀ ਹੈ ਹੁਣ ਮਾਤਰਾ ਦਾ ਵੀ ਫਰਕ ਪੈ ਗਿਆ। ਮੈਂ ਉਹ ਸਟਰ ਬੋਲਦਾ ਹੈ ਤੇ ਮੈਂ ਸਟ੍ਰੈ ਬੋਲਦਾ ਸੀ। ਠੀਕ ਹੈ ਨਾ। ਤੇ ਅੱਗੇ ਮੈਂ ਟਜਿਕ ਬੋਲਦਾ ਸੀ ਤੇ ਉਹ ਟੀਜਿਕ ਬੋਲਦਾ ਸੀ, ਉੱਥੇ ਫੇਰ ਮਾਤਰਾ ਦਾ ਫਰਕ ਪੈ ਗਿਆ। ਤੇ ਜਦੋਂ ਇਹ ਸਟ੍ਰੈਸ ਅੱਗੇ ਪਿੱਛੇ ਹੁੰਦਾ ਗਲਤ ਹੋ ਜਾਂਦਾ ਤਾਂ ਫਿਰ ਸਾਡੀਆਂ ਮਾਤਰਾਵਾਂ ਵੀ ਗਲਤ ਹੋ ਜਾਂਦੀਆਂ ਨੇ।
ਇਸ ਦੇ ਨਾਲ ਨਾ ਮੈਂ ਮਾਫ ਕਰਨਾ ਤੁਹਾਨੂੰ ਟੋਕਿਆ ਵੀ ਵਿੱਚ ਹੋਰ ਵੀ ਬੜੇ ਸਾਰੀ ਚੀਜ਼ਾਂ ਨੇ ਹੁਣ ਜਿਵੇਂ ਇੱਕ ਵਰਡ ਹੈ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਵਰਡ ਦੀ ਮੀਨਿੰਗ ਸੇਮ ਹੈ ਪਰ ਅਸੀਂ ਐਗਜ਼ੈਕਟ ਵਰਡ ਨੂੰ ਕਿੱਥੇ ਕਿਹੜੇ ਸੈਂਟੈਂਸ ਵਿੱਚ ਪਲੇਸ ਕਰਨਾ ਹੈ ਹੁਣ ਜਿਵੇਂ ਸਪੀਕ ਹੈ ਟੈਲ ਹੈ ਸੇ ਸਪੀਕ ਟੈਲ ਸੇ ਮਤਲਬ ਇੱਕੋ ਜਿਹਾ ਲੱਗਦਾ ਹੈ, ਆਪਾਂ ਕਿਤੇ ਮਰਜ਼ੀ ਕੁਝ ਯੂਜ਼ ਕਰ ਹੁਣ ਲੁੱਕ ਵਾਚ ਹੈ ਨਾ ਸੀ ਤੇ ਇਹ ਵੀ ਆਪਾਂ ਯੂਜ਼ ਕਰ ਲੈਂਦੇ ਆ ਫਿਰ ਇਹ ਕਿੱਥੇ ਹੁਣ ਐਗਜ਼ੈਕਟ ਪਲੇਸ ਕੀਤਾ ਜਾਵੇ ਵਾਟ ਇਟ ਐਗਜ਼ੈਕਟਲੀ ਮੀਨ ਇਹਨਾਂ ਦੇ ਜਿਹੜਾ ਹੈਗਾ ਨਾ ਮੀਨਿੰਗਸ ਇਹਨਾਂ ਦਾ ਹੈ ਜਿਹੜਾ ਹੈ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਜੀ ਠੀਕ ਹੈ ਨਾ ਸੀ ਤਾਂ ਨਜ਼ਰ ਪੈ ਗਈ ਤੇ ਠੀਕ ਹੈ ਵੀ ਸੀ ਇਟ ਪਰ ਵਾਚ ਜਦੋਂ ਹੈਗਾ ਤਾਂ ਉਹਦੇ ਚ ਨਾਲ ਐਡਿਡ ਜਿਹੜਾ ਹੈਗਾ ਇੱਕ ਮੀਨਿੰਗ ਆ ਜਾਂਦਾ ਕਿ ਅਸੀਂ ਧਿਆਨ ਵੀ ਦੇ ਰਹੇ ਹਾਂ ਉਸ ਚੀਜ਼ ਨੂੰ ਦੇਖਣ ਦੀ ਧਿਆਨ ਨਾਲ ਦੇਖਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਜਦੋਂ ਅਸੀਂ ਲੁੱਕ ਕਹਿੰਦੇ ਆ ਤਾਂ ਉਦੋਂ ਇਹ ਜਿਹੜਾ ਹੈਗਾ ਕਿ ਉਸ ਪਾਸੇ ਨੂੰ ਅਸੀਂ ਨਜ਼ਰਾਂ ਕਰੀਏ ਉਹਦੇ ਚ ਇਨਵੋਲਵਡ ਹੈ ਕਿ ਉਸ ਚੀਜ਼ ਨੂੰ ਜਿਹੜੀ ਚੀਜ਼ ਨੂੰ ਦੇਖਣਾ ਉਸ ਪਾਸੇ ਵੱਲ ਨੂੰ ਨਜ਼ਰ ਘੁਮਾਈਏ ਉਹਦੇ ਵੱਲ ਨੂੰ ਵੇਖੀਏ ਜੀ ਠੀਕ ਹੈ ਤੋ ਇਹ ਇਦਾਂ ਦੇ ਜਿਹੜੇ ਬੜੇ ਫਾਈਨ ਜਿਹੇ ਡਿਫਰੈਂਸਿਸ ਹੈਗੇ ਨੇ ਚਲੋ ਖੈਰ ਇਹ ਤੇ ਜਿਹੜੇ ਡਿਫਰੈਂਸਿਸ ਨੇ ਜਦੋਂ ਅਸੀਂ ਯੂਜ਼ ਕਰਨ ਲੱਗਾਂਗੇ ਬਹੁਤ ਜ਼ਿਆਦਾ ਯੂਜ਼ ਕਰਾਂਗੇ ਸੁਣਾਂਗੇ ਪੜਾਂਗੇ ਤਾਂ ਉੱਥੇ ਜਾ ਕੇ ਸਾਨੂੰ ਪਤਾ ਇਹ ਜਿਹੜੇ ਨੇ ਇਹ ਡਿਫਰੈਂਸਿਸ ਸਾਨੂੰ ਸਮਝ ਆਉਣਗੇ ਹੁਣ ਡਿਫਰੈਂਸਿਸ ਤੋਂ ਇੱਕ ਗੱਲ ਯਾਦ ਆਈ ਜਿਵੇਂ ਹੁਣ ਦਾ ਟ੍ਰਿਬਿਊਨ ਦੀ ਐਂਡ ਹੁਣ ਦਾ ਕਿੱਥੇ ਲੱਗਣਾ ਤੇ ਦੀ ਕਿੱਥੇ ਲੱਗਣਾ ਹਾਊ ਵੀ ਕੈਨ ਇੱਥੇ ਆਪਾਂ ਕਿਵੇਂ ਇਹ ਚੀਜ਼ਾਂ ਨੂੰ ਸਮਝੀਏ ਇਹਦੇ ਚ ਜਿਹੜਾ ਹੈਗਾ ਇੱਥੇ ਅਸੂਲ ਇਹ ਹੈ THE ਜਿਹੜਾ ਵਰਡ ਹੈ ਨਾ ਇਸ ਤੋਂ ਅੱਗੇ ਜਿਹੜਾ ਵਰਡ ਆਉਣਾ ਹੈ ਠੀਕ ਹੈ ਨਾ ਤੇ ਉਹ ਕੰਸੋਨੈਂਟ ਤੋਂ ਸ਼ੁਰੂ ਹੁੰਦਾ ਹੈ ਜਾਂ ਵੋਵਲ ਤੋਂ ਸ਼ੁਰੂ ਹੁੰਦਾ ਹੈ ਜੇ ਉਹ ਵੋਵਲ ਤੋਂ ਸ਼ੁਰੂ ਹੁੰਦਾ ਹੈ ਤਾਂ ਉਹਨੂੰ ਅਸੀਂ ਦੀ ਕਹਾਂਗੇ ਜੇ ਉਹ ਵਰਡ ਜਿਹੜਾ ਹੈਗਾ ਉਹ ਕੰਸੋਨੈਂਟ ਤੋਂ ਸ਼ੁਰੂ ਹੁੰਦਾ ਹੈ ਤਾਂ ਉਸਨੂੰ ਦ ਕਹਾਂਗੇ ਦ ਬੁੱਕ ਦੀ ਐਂਡ ਤੇ ਇਹ ਜਿਹੜੀ ਛੋਟੀ ਛੋਟੀਆਂ ਚੀਜ਼ਾਂ ਨੇ ਮੁਰਕੀਆਂ ਨੇ ਤੇ ਇਹ ਕਿਉਂ ਨਹੀਂ ਸਾਨੂੰ ਕਲਾਸਰੂਮਸ ਵਿੱਚ ਪੜ੍ਹਾਈਆਂ ਜਾਂਦੀਆਂ ਦੈਟ ਇਜ਼ ਦ ਮੇਨ ਰੀਜ਼ਨ ਵੀ ਉਹ ਜਿਹੜੀ ਕੱਚ ਹੈ ਉਹ ਤਾਂ ਉਮਰ ਬਰਕਰਾਰ ਰਹਿੰਦੀ ਆ ਅਸੀਂ ਉਚਾਰਨ ਉਦੋਂ ਤੱਕ ਕਿਉਂਕਿ ਤੁਸੀਂ ਇਸ ਚੀਜ਼ ਨੂੰ ਧਿਆਨ ਇਸ ਵੱਲ ਦੇ ਲਿਆ ਤੇ ਤੁਸੀਂ ਕਾਫੀ ਹੱਦ ਤੱਕ ਮਾਸਟਰ ਹੋ ਗਏ ਤੇ ਆਮ ਆਵਾਮ ਤਾਂ ਫਿਰ ਇੰਨੀ ਕੋਸ਼ਿਸ਼ ਨਹੀਂ ਕਰਦਾ ਨਾ ਦੇਖੋ ਮੁਸ਼ਕਲ ਇਹ ਹੈ ਕਿ ਕੋਈ ਵੀ ਜਿਹੜੀ ਹੈ ਲੈਂਗੁਏਜ ਉਹਦਾ ਸਹੀ ਪ੍ਰੋਨੰਸੀਏਸ਼ਨ ਸਹੀ ਉਚਾਰਨ ਜੇ ਸਿੱਖਣਾ ਹੋਵੇ ਤਾਂ ਉਹ ਸੁਣ ਕੇ ਸਿੱਖਿਆ ਜਾਂਦਾ ਪੜ੍ਹ ਕੇ ਨਹੀਂ ਸਿੱਖਿਆ ਜਾਂਦਾ ਅਸੀਂ ਪੁੱਠਾ ਪੜ੍ਹਾ ਰਹੇ ਹਾਂ ਤੇ ਜਿਹੜਾ ਹੈ ਸੁਣਨ ਸਾਡੇ ਕੋਲ ਜਿਹੜਾ ਮਾਹੌਲ ਹੈ ਉਹਦੇ 'ਚ ਸੁਣਨ ਨੂੰ ਤਾਂ ਕਰੈਕਟ ਪ੍ਰੋਨੰਸੀਏਸ਼ਨ ਸੁਣਨ ਦਾ ਤਾਂ ਸਾਨੂੰ ਮੌਕਾ ਹੀ ਨਹੀਂ ਮਿਲਦਾ ਬਿਲਕੁਲ ਸਾਡੇ ਟੀਚਰਸ ਜਿਹੜੇ ਨੇ ਮੈਂ ਵੀ ਉਹਨਾਂ ਦੇ ਵਿੱਚ ਹੀ ਆ ਜਾਂਦਾ ਉਹਨਾਂ ਨੂੰ ਆਪ ਨੂੰ ਕਈ ਵਾਰੀ ਨਹੀਂ ਇਹਨਾਂ ਬਾਰੀਕੀਆਂ ਦਾ ਪਤਾ ਹੁੰਦਾ ਤੇ ਜੋ ਸਾਡੇ ਜਿਸ ਤਰ੍ਹਾਂ ਸਾਡੇ ਟੀਚਰਸ ਸਾਨੂੰ ਹੋਰ ਤਾਂ ਸਾਨੂੰ ਕਿਤੇ ਸੁਣਨ ਦਾ ਮੌਕਾ ਨਹੀਂ ਮਿਲਦਾ ਜੀ ਠੀਕ ਹੈ ਨਾ ਤੇ ਜਿਵੇਂ ਸਾਡੇ ਟੀਚਰਸ ਨੇ ਬੋਲਣਾ ਅਸੀਂ ਉਦਾਂ ਹੀ ਸਿੱਖੀ ਜਾਣਾ ਜੇ ਹੁਣ ਟੀਚਰ ਨੂੰ ਨਹੀਂ ਜਿਹੜੀ ਗੱਲ ਦਾ ਪਤਾ ਤਾਂ ਸਟੂਡੈਂਟ ਨੂੰ ਨੈਚੁਰਲ ਉਹ ਗੱਲ ਸਟੂਡੈਂਟ ਤੱਕ ਪਹੁੰਚ ਨਹੀਂ ਸਕਦੀ ਜੀ ਠੀਕ ਹੈ ਤੇ ਟੀਚਰਸ ਨੂੰ ਜਿਹੜਾ ਹੈਗਾ ਐਕਚੁਅਲੀ ਜਿਹੜਾ ਹੈਗਾ ਨਾ ਲੈਂਗੁਏਜ ਲਰਨਿੰਗ ਦਾ ਪ੍ਰੋਸੈਸ ਉਹ ਸ਼ੁਰੂ ਹੁੰਦਾ ਲਿਸਨਿੰਗ ਤੋਂ ਲਿਸਨਿੰਗ ਸਪੀਕਿੰਗ ਰੀਡਿੰਗ ਤੇ ਰਾਈਟਿੰਗ ਠੀਕ ਹੈ ਨਾ ਬੱਚਾ ਜਿਹੜਾ ਹੈਗਾ ਆਪਣੀ ਮਦਰ ਟੰਗ ਸਿੱਖਦਾ ਹੈਗਾ ਉਹਨੂੰ ਅਸੀਂ ਊੜਾ ਆੜਾ ਨਹੀਂ ਪਹਿਲਾਂ ਪੜ੍ਹਾਉਂਦੇ ਜੇ ਪੰਜਾਬੀ ਉਹਨੇ ਸਿੱਖਣੀ ਹੈ ਉਹ ਆਲੇ ਦੁਆਲੇ ਉਸ ਦੇ ਲੋਕ ਜਿਹੜੇ ਨੇ ਉਹ ਬੋਲਦੇ ਨੇ ਉਹ ਉਹਨਾਂ ਨੂੰ ਬੋਲਦਿਆਂ ਨੂੰ ਸੁਣਦਾ ਉਹਨਾਂ ਆਵਾਜ਼ਾਂ ਦੀ ਅਹਿਮੀਅਤ ਨੂੰ ਸਮਝਣਾ ਸ਼ੁਰੂ ਕਰਦਾ ਜੀ ਜਿਹੜੇ ਵਰਡਸ ਉਹ ਯੂਜ਼ ਕਰਦੇ ਨੇ ਉਹਨਾਂ ਦਾ ਪ੍ਰੋਨੰਸੀਏਸ਼ਨ ਉਹਦੇ ਦਿਮਾਗ 'ਚ ਉਤਰਦਾ ਉਹ ਉਸੇ ਤਰ੍ਹਾਂ ਸੁਣ ਕੇ ਉਹਨਾਂ ਨੂੰ ਉਸੇ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰਦਾ ਜੀ ਉਹ ਕਿਸ ਕੰਮ ਲਈ ਵਰਤੇ ਜਾਂਦੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਦਾ ਠੀਕ ਹੈ ਨਾ ਤੇ ਉਸੇ ਮਕਸਦ ਦੇ ਲਈ ਫਿਰ ਉਹਨਾਂ ਵਰਡਸ ਨੂੰ ਉਹ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਈਵਨ ਜਿਹੜੇ ਗ੍ਰਾਮੈਟੀਕਲ ਰੂਲਸ ਨੇ ਉਹ ਵੀ ਬੱਚੇ ਨੂੰ ਅਸੀਂ ਸਿਖਾਉਂਦੇ ਨਹੀਂ ਹੈ
ਬੱਚਾ ਸਾਨੂੰ ਬੋਲਦਿਆਂ ਨੂੰ ਸੁਣਦਾ ਹੈ ਤੇ ਉਹ ਜੋ ਅਸੀਂ ਬੋਲਦੇ ਹਾਂ ਨਾ ਉਹਦੇ ਵਿੱਚੋਂ ਗ੍ਰਾਮੈਟੀਕਲ ਰੂਲਸ ਨੂੰ ਇਨਫਰ ਕਰਦਾ, ਉਹ ਆਪਣੇ ਆਪ ਕੱਢਦਾ ਹੈਗਾ ਉਹਦੇ ਵਿੱਚੋਂ, ਜੀ ਆਪਣੇ ਆਪ ਸਿੱਖਦਾ ਉਹਦੇ ਵਿੱਚੋਂ ਕਿ ਕਿਹੜਾ ਵਰਡ ਕਿੱਥੇ ਯੂਜ਼ ਕਰਨਾ ਹੈ, ਵਰਡਸ ਨੂੰ ਅਰੇਂਜ ਕਿਵੇਂ ਕਰਨਾ, ਕਿਹੜਾ ਪਹਿਲਾਂ ਆਉਣਾ, ਕਿਹੜਾ ਬਾਅਦ 'ਚ ਆਉਣਾ, ਤੇ ਕਿਹੜੇ ਵਰਡ ਦੀ ਕਿਹੜੀ ਫਾਰਮ ਯੂਜ਼ ਕਰਨੀ ਹੈ, ਠੀਕ ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਐਕਚੁਅਲੀ ਲੈਂਗੁਏਜ ਦੇ ਸਾਰੇ ਜਿਹੜੇ ਅਸੂਲ ਨੇ ਨਾ ਉਹ ਬੱਚਾ ਸੁਣ ਕੇ ਸਿੱਖਦਾ ਹੈ। ਹੁਣ ਸਾਡੀ ਪ੍ਰੋਬਲਮ ਇਹ ਹੈ ਕਿ ਪਹਿਲੀ ਗੱਲ ਤਾਂ ਸਾਨੂੰ ਅੰਗਰੇਜ਼ੀ ਸੁਣਨ ਨੂੰ ਮਿਲਦੀ ਨਹੀਂ, ਜੀ ਠੀਕ ਹੈ ਨਾ। ਜੇ ਮਿਲਦੀ ਵੀ ਹੈ ਤਾਂ ਅਸੀਂ ਸੁਣਨ ਨੂੰ ਤਿਆਰ ਨਹੀਂ। ਜੀ ਤੇ ਤੀਜੀ ਗੱਲ ਕਿ ਜਿਹੜੀ ਸਾਨੂੰ ਸੁਣਦੀ ਵੀ ਹੈ ਉਹ ਵੀ ਸਾਨੂੰ ਪਤਾ ਨਹੀਂ ਕਿ ਠੀਕ ਹੈ ਕਿ ਗਲਤ ਹੈ, ਬਿਲਕੁਲ ਕਿਉਂਕਿ ਸਹੀ ਪ੍ਰੋਨਾਂਸੀਏਸ਼ਨ ਜਿਹੜਾ ਹੈ ਵਰਡਸ ਦਾ ਉਹ ਜਿਹੜੇ ਨੇਟਿਵ ਸਪੀਕਰਸ ਹਨ ਨਾ, ਜਿਨ੍ਹਾਂ ਦੀ ਮਦਰ ਟੰਗ ਹੈ, ਉਹਨਾਂ ਨੂੰ ਹੀ ਸਹੀ ਪ੍ਰੋਨਾਂਸੀਏਸ਼ਨ ਉਹਨਾਂ ਨੂੰ ਹੀ ਪਤਾ ਹੈ। ਤੇ ਅਸੀਂ ਲੋਕ ਜਿਹੜੇ ਹਾਂ ਅਸੀਂ ਪ੍ਰੋਨਾਊਂਸ ਕਰਨ ਦੇ ਲਈ, ਪ੍ਰੋਨਾਂਸੀਏਸ਼ਨ ਫੈਸਲਾ ਕਰਨ ਦੇ ਲਈ ਅਸੀਂ ਦੇਖਦੇ ਹਾਂ ਸਪੈਲਿੰਗ। ਤੇ ਸਪੈਲਿੰਗ ਪੰਜਾਬੀ ਦੇ ਵਿੱਚ ਤਾਂ ਚਲੋ ਤਕਰੀਬਨ ਸਾਨੂੰ ਸਹੀ ਗਾਈਡ ਕਰ ਦਿੰਦਾ ਹੈ, ਪਰ ਅੰਗਰੇਜ਼ੀ ਦੇ ਵਿੱਚ ਸਪੈਲਿੰਗ ਜਿਹੜਾ ਹੈਗਾ ਉਹ ਬਹੁਤ ਡਿਸੈਪਟਿਵ ਹੈ, ਬਹੁਤ ਧੋਖੇਬਾਜ਼ ਹੈ। ਲਿਖਿਆ ਕੁਝ ਹੁੰਦਾ ਤੇ ਬੋਲਦੇ ਕੁਝ ਹੋਰ ਨੇ। ਜੀ ਬਿਲਕੁਲ ਠੀਕ ਹੈ ਨਾ। ਈਵਨ ਸੇਮ ਜਿਹੜਾ ਹੈਗਾ ਵਰਡ, ਸੇਮ ਸਪੈਲਿੰਗ, ਠੀਕ ਹੈ ਨਾ, ਉਸੇ ਨੂੰ ਜਿਹੜਾ ਹੈਗਾ ਅਲੱਗ-ਅਲੱਗ ਤਰੀਕਿਆਂ ਨਾਲ ਬੋਲ ਲੈਂਦੇ ਨੇ। ਬਿਲਕੁਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂ ਕਿ ਇੱਕ ਵਰਡ ਹੈ BOW, ਠੀਕ ਹੈ ਨਾ, ਉਹਨੂੰ ਜੇ ਤਾਂ ਤੁਸੀਂ ਐਜ਼ ਨਾਊਨ ਯੂਜ਼ ਕਰਨਾ ਤਾਂ ਬੋ, ਜੀ ਪਰ ਜੇ ਉਹਨੂੰ ਐਜ਼ ਵਰਬ ਯੂਜ਼ ਕਰਨਾ ਤਾਂ ਉਹ ਬਾਊ। ਜੀ ਸਪੈਲਿੰਗ ਉਹ ਹੀ ਨੇ। ਬਿਲਕੁਲ ਹੁਣ ਸਾਨੂੰ ਕਿੱਥੋਂ ਪਤਾ ਲੱਗੇ ਕਿ ਕਦੋਂ ਇਹਨੂੰ ਬੋ ਬੋਲੀਏ ਤੇ ਕਦੋਂ ਇਹਨੂੰ ਬਾਊ ਬੋਲੀਏ, ਜੀ ਠੀਕ ਹੈ ਨਾ। ਇਸੇ ਤਰ੍ਹਾਂ ਅੱਜ ਕੱਲ੍ਹ ਪਿੱਛੇ ਜੇ ਫਲੱਡਸ ਆਏ ਨੇ ਤੇ ਇੱਕ ਲਫ਼ਜ਼ ਬਹੁਤ ਜ਼ਿਆਦਾ ਯੂਜ਼ ਕੀਤਾ ਹੁੰਦਾ ਰਿਹਾ, RESCUE। ਹੁਣ ਇਹ ਜਿਹੜਾ ਵਰਡ ਹੈ ਇਸ ਨੂੰ ਜਦੋਂ ਤਾਂ ਅਸੀਂ ਇਸ ਨੂੰ ਐਜ਼ ਨਾਊਨ ਯੂਜ਼ ਕਰਨਾ ਤਾਂ ਇਹਦਾ ਪ੍ਰੋਨਾਂਸੀਏਸ਼ਨ ਹੈ ਰੈਸਕਿਊ, ਤੇ ਜੇ ਅਸੀਂ ਇਸ ਨੂੰ ਐਜ਼ ਵਰਬ ਯੂਜ਼ ਕਰਨਾ ਤਾਂ ਇਹਦਾ ਸਹੀ ਪ੍ਰੋਨਾਂਸੀਏਸ਼ਨ ਹੈ ਰਿਸਕਿਊ। ਜੀ ਮਾਤਰਾ ਦਾ ਵੀ ਫਰਕ ਪੈ ਗਿਆ, ਸਟ੍ਰੈਸ ਦਾ ਵੀ ਫਰਕ ਪੈ ਗਿਆ। ਜਦੋਂ ਰੈਸਕਿਊ ਕਹਿੰਦੇ ਆ ਤਾਂ ਅਸੀਂ ਰਾਰੇ ਨੂੰ ਜਿਹੜੀ ਹੈ ਦੁਲਾਵਾਂ ਦੀ ਮਾਤਰਾ ਲਾਉਂਦੇ ਹਾਂ ਤੇ ਜਿਹੜਾ ਸਟ੍ਰੈਸ ਹੈ, ਪ੍ਰਾਇਮਰੀ ਸਟ੍ਰੈਸ, ਉਹ ਰਹਿ ਦੇ ਉੱਤੇ ਆਉਂਦਾ ਹੈ। ਜੀ ਤੇ ਜਦੋਂ ਅਸੀਂ ਰਿਸਕਿਊ ਕਹਿੰਦੇ ਆ ਤਾਂ ਪ੍ਰਾਇਮਰੀ ਸਟ੍ਰੈਸ ਜਿਹੜਾ ਉਹ ਕਿਊ ਦੇ ਉੱਤੇ ਚਲਿਆ ਜਾਂਦਾ, ਜਿਹੜਾ ਹੈਗਾ ਉਹ ਕਮਜ਼ੋਰ ਰਹਿ ਜਾਂਦਾ ਤੇ ਉਹਦੀ ਮਾਤਰਾ ਵੀ ਬਦਲ ਜਾਂਦੀ ਹੈ। ਜੀ ਇਹਨਾਂ ਚੀਜ਼ਾਂ ਦਾ ਹੁਣ ਸਪੈਲਿੰਗ ਤਾਂ ਸੇਮ ਹੀ ਨੇ, ਬਿਲਕੁਲ ਸਪੈਲਿੰਗ ਤਾਂ ਉਹੀ RESCUE ਰਹਿਣਾ ਹੈਗਾ। ਬਿਲਕੁਲ ਸਾਨੂੰ ਕਿਵੇਂ ਪਤਾ ਲੱਗੇ ਕਿ ਕਦੋਂ ਇਹਨੂੰ ਰੈਸਕਿਊ ਬੋਲਣਾ ਤੇ ਕਦੋਂ ਇਸ ਨੂੰ ਰਿਸਕਿਊ ਬੋਲਣਾ ਹੈਗਾ। ਬਿਲਕੁਲ ਇਸ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਡੀਪ ਜਾ ਕੇ ਅਧਿਐਨ ਚੀਜ਼ਾਂ ਦਾ ਕਰਨਾ ਪਏਗਾ, ਤਾਂ ਹੀ ਅਸੀਂ ਕਾਰਨ ਐਗਜ਼ੈਕਟ। ਇਹ ਹੈ ਉਹਦੇ 'ਚ ਇਹ ਹੈ ਪ੍ਰੋਬਲਮ ਕਿ ਸਾਨੂੰ ਸਪੈਲਿੰਗ ਦੇਖ ਕੇ ਸਹੀ ਅੰਦਾਜ਼ਾ ਪ੍ਰੋਨਾਂਸੀਏਸ਼ਨ ਦਾ ਨਹੀਂ ਹੋ ਸਕਦਾ। ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਵੀ ਤੁਸੀਂ ਜੇ ਬਹੁਤ ਕਿਸੇ ਚੀਜ਼ ਨੂੰ ਡੀਪਲੀ ਅਗਰ ਸਟੱਡੀ ਕਿ ਕਰੋਗੇ ਹਰ ਇੱਕ ਵਰਡ ਦਾ ਸਾਨੂੰ ਇੰਡੀਵਿਜੂਅਲੀ ਪ੍ਰੋਨਾਂਸੀਏਸ਼ਨ ਦੇਖਣਾ ਪੈਂਦਾ ਹੈ। ਬਿਲਕੁਲ ਹੁਣ ਜਿਨ੍ਹਾਂ ਦੀ ਲੋਕਾਂ ਦੀ ਮਦਰ ਟੰਗ ਹੈ, ਜਿਨ੍ਹਾਂ ਦੇ ਆਲੇ ਦੁਆਲੇ ਲੈਂਗੁਏਜ ਬੋਲੀ ਜਾਂਦੀ ਹੈ, ਉਹ ਤਾਂ ਸੁਣ ਕੇ ਆਪਣੇ ਆਪ ਜਿਹੜਾ ਹੈਗਾ ਉਚਾਰਨ ਜਿਹੜਾ ਸਹੀ ਸਿੱਖ ਲੈਂਦੇ ਨੇ। ਜੀ ਪਰ ਜਿਹੜਾ ਫੋਰਨ ਸਪੀਕਰ ਹੈ, ਫੋਰਨ ਲਰਨਰ ਹੈ, ਉਹਨੂੰ ਤਾਂ ਸਹੀ ਪ੍ਰੋਨਾਂਸੀਏਸ਼ਨ ਸੁਣਨ ਨੂੰ ਮਿਲਦਾ ਨਹੀਂ ਹੈ ਤੇ ਉਹਨੇ ਤਾਂ ਸਪੈਲਿੰਗ ਦੇ ਪਿੱਛੇ ਜਾਣਾ ਹੈ। ਬਿਲਕੁਲ ਤੇ ਸਪੈਲਿੰਗ ਅੰਗਰੇਜ਼ੀ ਦਾ ਜਿਹੜਾ ਹੈ ਉਹ ਬਹੁਤ ਡਿਸੈਪਟਿਵ ਹੈ, ਉਹ ਸਾਨੂੰ ਸਹੀ ਜਿਹੜਾ ਹੈਗਾ ਆਈਡੀਆ ਉਚਾਰਨ ਦੇ ਬਾਰੇ 'ਚ ਨਹੀਂ ਦਿੰਦਾ। ਬਿਲਕੁਲ ਅੰਗਰੇਜ਼ੀ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਸੇਮ ਜਿਹੜਾ ਅੱਖਰ ਹੈ
ਉਹ ਕਈ ਵਾਰੀ ਕੁਝ ਹੋਰ ਪ੍ਰੋਨਾਊਂਸ ਹੁੰਦਾ ਹੈ, ਕਈ ਵਾਰੀ ਕੁਝ ਹੋਰ ਪ੍ਰੋਨਾਊਂਸ ਹੁੰਦਾ ਹੈ। ਤੇ ਦੂਜੇ ਪਾਸੇ ਸੇਮ ਸਾਊਂਡ ਨੂੰ ਸਪੈਲ ਕਰਨ ਦੇ ਲਈ ਕਦੀ ਅਸੀਂ ਕੋਈ ਅੱਖਰ ਵਰਤ ਲੈਂਦੇ ਹਾਂ, ਕਦੀ ਕੋਈ ਅੱਖਰ ਵਰਤ ਲੈਂਦੇ ਹਾਂ। ਤੇ ਇਹੋ ਹੀ ਚੀਜ਼ ਜਿਹੜੀ ਹੈ ਇਹ ਸਾਨੂੰ ਕਨਫਿਊਜ਼ ਕਰੀ ਰੱਖਦੀ ਹੈ, ਸਾਨੂੰ ਭੰਬਲ ਭੂਸੇ ਦੇ ਵਿੱਚ ਪਾਈ ਰੱਖਦੀ ਹੈਗੀ ਹੈ। ਬਿਲਕੁਲ, ਇਹ ਸੀ ਭੰਬਲ ਭੂਸੇ ਤੋਂ ਨਿਜਾਤ ਦਿਵਾਉਣ ਵਾਸਤੇ ਤਾਂ ਅਸੀਂ ਅੱਜ ਤੁਹਾਨੂੰ ਇੱਥੇ ਇਨਵਾਈਟ ਕੀਤਾ ਵੀ ਕੁਝ ਚੀਜ਼ਾਂ ਕਾਫੀ ਹੱਦ ਤੱਕ ਕਲੀਅਰ ਕੀਤੀਆਂ ਜਾ ਸਕਣ। ਮੇਰਾ ਅਗਲਾ ਸਵਾਲ ਤੁਹਾਨੂੰ ਇਹ ਵੀ, ਤੁਹਾਨੂੰ ਇੰਨੇ ਸਾਲ ਹੋ ਗਏ ਹੈ, ਕਰੀਬਨ 50 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋ ਗਿਆ, ਕੋਈ ਕਲਾਸਰੂਮ ਦਾ ਕਿੱਸਾ ਤਾਂ ਸੁਣਾਓ ਜਦੋਂ ਸਟੂਡੈਂਟਸ ਨਾਲ ਇੰਟਰੈਕਸ਼ਨ ਤੁਹਾਡੀ ਇਸ ਕਿਸਮ ਦੀ ਹੋਈ ਹੋਵੇ। ਤੇ ਹੁਣ ਪੰਜਾਬੀ ਸਟੂਡੈਂਟਸ ਜਦੋਂ ਇੱਕ ਇੰਗਲਿਸ਼ ਬੋਲਣ ਵਾਲੇ ਪ੍ਰੋਫੈਸਰ ਦੇ ਅੱਗੇ ਬੈਠੇ ਹੈ ਤਾਂ ਕਿਸ ਤਰ੍ਹਾਂ ਦਾ ਹੁੰਦਾ ਸੀ ਕਲਾਸ ਦਾ ਮਾਹੌਲ? ਦੇਖੋ, ਸਾਡੇ ਜਿਹੜਾ ਹੈਗਾ ਨਾ ਸਟੂਡੈਂਟਸ ਨੂੰ ਖਾਸ ਤੌਰ ਤੇ ਸਪੀਕਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਹੈ। ਅਦਰਵਾਈਜ਼ ਵੀ ਵੋਕੈਬਲਰੀ ਦੇ ਵਿੱਚ ਵੀ, ਗ੍ਰਾਮਰ ਦੇ ਵਿੱਚ ਵੀ, ਉਹਨਾਂ ਨੂੰ ਰੀਡਿੰਗ ਦੇ ਵਿੱਚ ਵੀ ਪ੍ਰੋਬਲਮਸ ਆਉਂਦੀਆਂ ਹਨ। ਤੇ ਖਾਸ ਤੌਰ ਤੇ ਜਿਹੜਾ ਸਪੀਕਿੰਗ ਔਰ ਲਿਸਨਿੰਗ ਦੇ ਵਿੱਚ ਪ੍ਰੋਬਲਮ ਜਿਹੜੀ ਆਉਂਦੀ ਹੈਗੀ ਹੈ, ਉਹਦਾ ਇੱਕ ਬਹੁਤ ਵੱਡਾ ਕਾਰਨ, ਪਹਿਲੀ ਗੱਲ ਤਾਂ ਦੇ ਡੋਂਟ ਹੈਵ ਦਾ ਰਾਈਟ ਮਾਡਲਸ ਬਿਫੋਰ ਦੈਮ। ਠੀਕ ਹੈ ਨਾ। ਠੀਕ ਜਿਹੜਾ ਟੀਚਰ ਉਹਨਾਂ ਨੂੰ ਪੜ੍ਹਾ ਰਿਹਾ ਹੈ ਉਹਦਾ ਹੀ ਪਤਾ ਨਹੀਂ ਕਿ ਉਹ ਠੀਕ ਬੋਲ ਰਿਹਾ ਕਿ ਗਲਤ ਬੋਲ ਰਿਹਾ। ਚਲੋ ਠੀਕ ਬੋਲਦਾ ਜਾਂ ਗਲਤ ਬੋਲਦਾ ਉਸ ਗੱਲ ਨੂੰ ਛੱਡ ਦਿਓ। ਸਟੂਡੈਂਟ ਜਿਹੜੇ ਨੇ ਉਹ ਸੁਣਨ ਨੂੰ ਤਿਆਰ ਨਹੀਂ। ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦਾ। ਮੈਂ ਨਵਾਂ ਜਿਹੜਾ ਹੈਗਾ ਜਾ ਕੇ ਟੀਚਿੰਗ ਜੌਬ ਦੇ ਵਿੱਚ ਆਇਆ, ਕਲਾਸ ਦੇ ਵਿੱਚ ਜਾਣਾ ਸ਼ੁਰੂ ਕੀਤਾ ਤੇ BA ਫਾਈਨਲ ਦੀ ਕਲਾਸ ਸੀ ਤੇ ਮੈਂ ਉਹਨਾਂ ਨੂੰ ਸ਼ੇਕਸਪੀਅਰ ਦਾ ਪਲੇ ਪੜ੍ਹਾਉਣਾ ਸੀ, ਅਥੈਲੋ। ਤੋ ਮੈਂ ਇਹ ਸੋਚਿਆ ਕਿ ਇਹਨਾਂ ਨੂੰ ਪਹਿਲਾਂ ਸ਼ੇਕਸਪੀਅਰ ਦੀਆਂ ਜਿਹੜੀਆਂ 4 ਜਿਹੜੀਆਂ ਮਸ਼ਹੂਰ ਟ੍ਰੈਜਡੀਜ਼ ਨੇ ਉਹਨਾਂ ਦੇ ਬਾਰੇ ਥੋੜ੍ਹਾ ਦੱਸ ਦਿੱਤਾ ਜਾਵੇ। ਤੇ ਮੈਂ ਉਹਨਾਂ ਦੀ ਕਹਾਣੀ ਜੀ ਉਹਨਾਂ ਨੂੰ ਸੁਣਾਉਣੀ, ਇੱਕ ਇੱਕ ਕਰਕੇ ਛੋਟੀ ਬਰੀਫ ਜਿਹੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਤੇ ਤਕਰੀਬਨ ਮੇਰਾ ਖਿਆਲ ਹੈ ਹਫ਼ਤਾ ਕੁ ਮਸਾਂ ਹੋਇਆ ਹੋਣਾ ਕਿ ਮੇਰੇ ਖਿਲਾਫ ਸਟ੍ਰਾਈਕ ਹੋ ਗਈ। ਜੀ। ਸਟ੍ਰਾਈਕ ਕਿਉਂ ਹੋਈ? ਸਟ੍ਰਾਈਕ ਇਸ ਗੱਲ ਤੇ ਹੋਈ ਕਿ ਇਹ ਤਾਂ ਜੀ ਸਾਨੂੰ ਅੰਗਰੇਜ਼ੀ 'ਚ ਪੜ੍ਹਾਉਂਦਾ, ਸਾਨੂੰ ਤਾਂ ਸਮਝ ਨਹੀਂ ਆਉਂਦੀ, ਇਹ ਤਾਂ ਅੰਗਰੇਜ਼ੀ 'ਚ ਪੜ੍ਹਾਉਂਦਾ। ਤੇ ਹੁਣ ਜੇ ਅਸੀਂ ਅੰਗਰੇਜ਼ੀ ਦੀ ਕਲਾਸ ਦੇ ਵਿੱਚ ਵੀ ਅੰਗਰੇਜ਼ੀ ਸੁਣਨ ਨੂੰ ਤਿਆਰ ਨਹੀਂ ਤਾਂ ਅੰਗਰੇਜ਼ੀ ਅਸੀਂ ਸਿੱਖਾਂਗੇ ਕਿੱਥੋਂ ਬੋਲਣੀ ਤੇ ਕਿੱਥੋਂ ਸਿੱਖਾਂਗੇ? ਠੀਕ ਹੈ ਨਾ। ਜੇ ਤੇ ਇਸੇ ਤਰ੍ਹਾਂ ਲਿਸਨਿੰਗ ਕੰਪਰੀਹੈਂਸ਼ਨ ਵੀ ਜਿਹੜਾ ਅਸੀਂ ਜਿਹੜਾ ਹੈਗਾ, ਜੇ ਅਸੀਂ ਕਿਤਾਬ ਤੇ ਪ੍ਰਿੰਟ ਕੀਤੇ ਹੋਏ ਨੇ, ਜੇ ਉਹਨਾਂ ਦੇ ਪਿੱਛੇ ਹੀ ਚਲੀ ਗਏ ਤਾਂ ਸਾਨੂੰ ਉਹ ਪ੍ਰਿੰਟ ਕੁਝ ਹੋਰ ਕੀਤਾ ਹੋਇਆ ਤੇ ਬੋਲਦੇ ਕੁਝ ਹੋਰ ਨੇ, ਤੇ ਸਾਨੂੰ ਲਿਸਨਿੰਗ ਕੰਪਰੀਹੈਂਸ਼ਨ ਸਾਡੀ ਕਿੱਥੋਂ ਡਿਵੈਲਪ ਹੋਏਗੀ? ਠੀਕ ਹੈ ਨਾ। ਤੇ ਸਟੂਡੈਂਟ, ਪਹਿਲੀ ਗੱਲ ਤਾਂ ਸਾਡੇ ਮਾਹੌਲ ਦੇ ਵਿੱਚ ਇਹ ਜਿਹੜਾ ਹੈਗਾ ਇਹ ਮਾਹੌਲ ਨਹੀਂ ਸਾਡਾ ਕਿ ਸਾਨੂੰ ਆਲੇ ਦੁਆਲੇ ਆਪਣੇ ਅੰਗਰੇਜ਼ੀ ਬੋਲੀ ਜਾਂਦੀ ਸੁਣਨ ਦੇ ਵਿੱਚ ਆਉਂਦੀ ਹੋਵੇ। ਇਸ ਕਰਕੇ ਉਸ ਆਲੇ ਦੁਆਲੇ ਤੋਂ ਤਾਂ ਅਸੀਂ ਲੈਂਗੁਏਜ ਜਿਹੜਾ ਅੰਗਰੇਜ਼ੀ ਪਿਕਅਪ ਕਰ ਨਹੀਂ ਸਕਦੇ ਜੀ। ਤੇ ਜੇ ਅਸੀਂ ਕਲਾਸ ਦੇ ਵਿੱਚ ਵੀ ਟੀਚਰ ਨੂੰ ਅੰਗਰੇਜ਼ੀ ਬੋਲਦਾ ਸੁਣਨ ਨੂੰ ਤਿਆਰ ਨਹੀਂ ਹੈਗੇ ਤਾਂ ਸਾਨੂੰ ਪ੍ਰੋਨੰਸੀਏਸ਼ਨ ਜਿਹੜਾ ਹੈਗਾ ਉਹ ਆਪ ਵਰਡਸ ਨੂੰ ਠੀਕ ਪ੍ਰੋਨਾਊਂਸ ਕਰਨਾ, ਤੇ ਦੂਜਾ ਸਪੀਕਰ ਜਿਹੜਾ ਹੈਗਾ ਜੋ ਬੋਲ ਰਿਹਾ ਉਹਦਾ ਇਹ ਸਮਝਣਾ ਕਿ ਇਹਨੇ ਕਿਹੜਾ ਵਰਡ ਬੋਲਿਆ, ਉਹ ਦੋਹਾਂ ਦੇ ਵਿੱਚ ਸਾਨੂੰ ਦਿੱਕਤ ਆਉਂਦੀ ਰਹੇਗੀ, ਅਸੀਂ ਨਹੀਂ ਸਿੱਖ ਸਕਦੇ ਜੀ। ਸਾਡੀ ਜਿਹੜੀ ਇੰਗਲਿਸ਼ ਟੀਚਿੰਗ ਹੈ ਨਾ, ਸਾਡੇ ਜਿਹੜਾ ਹੈਗਾ ਉਹਦੇ 'ਚ ਸਭ ਤੋਂ ਵੱਡਾ ਨੁਕਸ ਜਿਹੜਾ ਹੈਗਾ ਉਹ ਮੈਨੂੰ ਇਹੋ ਹੀ ਨਜ਼ਰ ਆਉਂਦਾ ਕਿ ਅਸੀਂ ਲੈਂਗੁਏਜ ਲਰਨਿੰਗ ਦੇ ਪ੍ਰੋਸੈਸ ਨੂੰ ਉਲਟਾ ਕਰ ਦਿੱਤਾ। ਬਿਲਕੁਲ। ਲੈਂਗੁਏਜ ਲਰਨਿੰਗ ਦਾ ਪ੍ਰੋਸੈਸ ਜਿਹੜਾ ਹੈ ਉਹ ਹੈ, ਸਭ ਤੋਂ ਪਹਿਲਾਂ ਉਹਦੇ 'ਚ ਆਉਂਦਾ ਹੈ ਲਿਸਨਿੰਗ। ਲਿਸਨਿੰਗ ਤੋਂ ਬਾਅਦ ਆਉਂਦੀ ਹੈ ਸਪੀਕਿੰਗ, ਤੇ ਸਪੀਕਿੰਗ ਤੋਂ ਬਾਅਦ ਆਉਂਦਾ ਹੈ ਰੀਡਿੰਗ, ਤੇ ਲਾਸਟ ਦੇ ਵਿੱਚ ਆਉਂਦਾ ਹੈ ਰਾਈਟਿੰਗ। ਤੇ ਅਸੀਂ ਇਹ ਸਾਰੇ ਪ੍ਰੋਸੈਸ ਨੂੰ ਉਲਟਾ ਕਰ ਦਿੱਤਾ। ਅਸੀਂ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰਦੇ ਹਾਂ, ਪਹਿਲਾਂ ਲਿਖਾਉਣੀ ABC ਕਿਵੇਂ ਲਿਖਣੀ ਹੈ, ਲਿਖਣੀ ਤੇ ਫਿਰ ਪੜ੍ਹਨੀ। ਠੀਕ ਹੈ ਨਾ। ਉਸ ਤੋਂ ਬਾਅਦ
ਬੋਲਣੀ ਜੀ ਤੇ ਸੁਣਨੀ ਅਖੀਰ ਤੇ। ਜਾਣੀ ਬਿਲਕੁਲ ਉਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਸ ਨੂੰ ਉਲਟਾ ਕਰ ਦਿੱਤਾ। ਜੀ ਪ੍ਰੋਫੈਸਰ ਸਾਹਿਬ, ਜਿਵੇਂ ਜਿਹੜੇ ਇੰਗਲਿਸ਼ ਦੇ ਸਟੂਡੈਂਟਸ ਹੁੰਦੇ, ਖਾਸ ਕਰਕੇ ਲਿਟਰੇਚਰ ਵਾਲੇ, ਜਿਹੜੇ ਖਾਸ ਕਰਕੇ ਇੰਗਲਿਸ਼ ਲਿਟਰੇਚਰ ਦਾ ਸਬਜੈਕਟ ਪਿਕ ਕਰਦੇ ਆ, ਉਹ ਮੈਨੂੰ ਲੱਗਦਾ ਵੀ ਬਹੁਤ ਸਾਰੇ ਤਾਂ ਐਦਾਂ ਦੇ ਹੀ ਹੁੰਦੇ ਆ ਜਿਹੜੇ ਇੱਕ ਸਟੇਟਸ ਸਿੰਬਲ ਵਾਸਤੇ ਨਾ ਵੀ ਇੰਗਲਿਸ਼ ਲਿਟਰੇਚਰ ਮੈਂ ਲਿਆ। ਤੇ ਤਾਂ ਕਿਵੇਂ ਕਿਵੇਂ ਦੀਆਂ ਅਜੀਬੋ-ਗਰੀਬ ਕੁਐਰੀਜ਼ ਤੁਹਾਡੇ ਕੋਲੋਂ ਸਟੂਡੈਂਟਸ ਕਰਦੇ ਵੀ ਆ ਜਾਂ ਨਹੀਂ, ਜਾਂ ਕ੍ਰਾਸ ਕੁਐਸਚਨਿੰਗ ਦੇ ਲਾਈਕ ਜਾਂ ਇਹ ਨਹੀਂ? ਸਾਡੀਆਂ ਕਲਾਸਿਸ ਦੇ ਵਿੱਚ ਨਾ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕਿਸੇ ਨੂੰ ਕੋਈ ਸਮਝ ਨਹੀਂ ਆਈ ਨਾ ਬੱਚੇ ਨੂੰ, ਜੀ ਤਾਂ ਉਹ ਮੁੜ ਕੇ ਪੁੱਛਦੇ ਨਹੀਂ ਹੈਗੇ। ਕੁਐਸਚਨਿੰਗ ਵਾਲਾ ਪਾਰਟ ਜਿਹੜਾ ਉਹ ਮਿਸਿੰਗ ਹੈ। ਜੀ ਪਤਾ ਨਹੀਂ, ਸ਼ਾਇਦ ਕੋਈ ਟੀਚਰਸ ਜਿਹੜੇ ਹੈਗੇ ਨੇ ਉਹ ਟੀਚਰਸ ਤੋਂ ਡਰਦੇ ਨਹੀਂ ਪੁੱਛਦੇ, ਜਾਂ ਬੱਚਿਆਂ ਦੇ ਵਿੱਚ ਜਿਹੜੀ ਹੈ ਉਤਸੁਕਤਾ ਹੀ, ਕਿਉਰੀਓਸਿਟੀ ਹੀ ਨਹੀਂ ਹੈ। ਜੀ ਠੀਕ ਹੈ ਨਾ। ਪਰ ਪੁੱਛਦੇ ਬੱਚੇ, ਸਵਾਲ ਪੁੱਛਣ ਦਾ ਬਹੁਤ ਘੱਟ ਹੈ। ਕਾਰਨ ਮੈਨੂੰ ਨਹੀਂ ਪਤਾ ਕਿ ਟੀਚਰ ਦਾ ਡਰ ਹੈ ਜਾਂ ਬੱਚਿਆਂ ਦੀ ਆਪਣੇ ਉਹਨਾਂ ਦੇ ਵਿੱਚ ਕਿਉਰੀਓਸਿਟੀ ਦੀ ਜਾਂ ਉਹਨਾਂ ਦਾ ਇੰਟਰਸਟ ਦੀ ਕਮੀ ਹੈ। ਠੀਕ ਹੈ ਨਾ। ਨੈਸੈਸਿਟੀ ਵਾਲਾ ਵੀ ਮੈਂ ਕਿੱਸਾ ਚਾਹ ਰਹੀ ਸੀ। ਅਸੀਂ ਅੰਗਰੇਜ਼ੀ ਬੋਲਦੇ ਹਾਂ, ਈਵਨ ਕਈ ਵਾਰੀ ਇਹ ਹੁੰਦਾ ਵੀ ਅਸੀਂ ਵੀ ਜਿਹੜਾ ਹੈਗਾ, ਸਾਨੂੰ ਇਹ ਹੁੰਦਾ ਵੀ ਮੈਂ ਬਹੁਤ ਵਧੀਆ ਅੰਗਰੇਜ਼ੀ ਬੋਲਦਾ, ਮੈਂ ਬਹੁਤ ਠੀਕ ਅੰਗਰੇਜ਼ੀ ਬੋਲਦਾ, ਤੇ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿੰਨਾ ਗਲਤ ਬੋਲ ਰਿਹਾ। ਮੈਨੂੰ ਟੀਚਿੰਗ 'ਚ ਆਏ ਨੂੰ ਤਕਰੀਬਨ 5 ਸਾਲ ਹੋ ਚੁੱਕੇ ਸੀ, ਜਦੋਂ ਮੈਨੂੰ ਜਿਹੜਾ ਹੈਗਾ ਨਾ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਾਡਾ ਪ੍ਰੋਨਾਂਸੀਏਸ਼ਨ ਬਹੁਤ ਜਗ੍ਹਾ 'ਤੇ ਗਲਤ ਹੁੰਦਾ ਹੈ। ਅਸੀਂ ਉਹਨੂੰ ਠੀਕ ਸਮਝੀ ਬਣ ਜਾਂਦੇ ਹਾਂ। ਅਸੀਂ ਨਾ ਇੱਕ ਉਹਨਾਂ ਦਿਨਾਂ 'ਚ ਸਮਰ ਇੰਸਟੀਚਿਊਟ ਬੋਲਦੇ ਹੁੰਦੇ ਸੀਗੇ। 6 ਵੀਕਸ ਦਾ ਇੱਕ ਰਿਫਰੈਸ਼ਰ ਕੋਰਸ ਜਿਹਾ ਬ੍ਰਿਟਿਸ਼ ਕਾਊਂਸਲ ਆਰਗੇਨਾਈਜ਼ ਕਰਦੀ ਹੁੰਦੀ ਸੀ, ਅਤੇ ਮੈਂ ਉਹ ਜਿਹੜਾ ਹੈਗਾ ਅਟੈਂਡ ਕਰ ਰਿਹਾ ਸੀ। ਉੱਥੇ ਫਨੈਟਿਕਸ ਦੇ ਟੀਚਰ ਆਏ ਅਤੇ ਉਹਨਾਂ ਨੇ ਇੱਕ ਵਰਡ ਜਿਹੜਾ ਹੈ ਉਹ ਲਿਖ ਦਿੱਤਾ ਬੋਰਡ ਦੇ ਉੱਤੇ। ਜੀ ਵਰਡ ਸੀ ਉਹ NECESSARY। ਅਤੇ ਉਸ ਤੋਂ ਬਾਅਦ ਉਹਨਾਂ ਨੇ, ਅਸੀਂ 60 ਕਾਲਜ ਟੀਚਰਸ, 60 ਸੀ ਅਟੈਂਡ ਕਰ ਰਹੇ, ਅਤੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਉੱਠ ਕੇ ਅਤੇ ਇਹਨੂੰ ਪ੍ਰੋਨਾਊਂਸ ਕਰੋ। 60 ਟੀਚਰਸ ਨੇ ਉਹ ਡਿਫਰੈਂਟ ਤਰੀਕੇ ਦੇ ਨਾਲ, ਕੋਈ ਥੋੜ੍ਹਾ ਜਿਹਾ ਇੱਧਰ ਉੱਧਰ ਕਰਕੇ ਜਿਹੜਾ ਉਹਨਾਂ ਨੇ ਉਹਨੂੰ ਪ੍ਰੋਨਾਊਂਸ ਕੀਤਾ, ਅਤੇ ਅਖੀਰ 'ਤੇ ਟੀਚਰ ਦਾ ਫੈਸਲਾ ਜਿਹੜਾ ਸੀ ਕਿ ਸਾਰੇ ਦੇ ਸਾਰੇ ਹੀ ਗਲਤ ਸਨ। ਅਤੇ ਉਹਨਾਂ ਨੇ ਸਾਨੂੰ ਉਸ ਬੋਲਿਆ ਕਿ ਕਿਸੇ ਨੇ ਕਿਸੇ ਤਰ੍ਹਾਂ, ਕਿਸੇ ਨੇ ਨਸੈਸਰੀ, ਕਿਸੇ ਨੇ ਨਸੈਸਰੀ, ਜਿਹੜਾ ਕਿ ਅਦਲਾ ਬਦਲੀ ਕਰਕੇ ਤਰ੍ਹਾਂ ਤਰ੍ਹਾਂ ਨਾਲ ਤਕਰੀਬਨ ਮੇਰਾ ਖਿਆਲ ਹੈ ਕੋਈ 30 ਵਰਾਇਟੀਜ਼ ਆ ਗਈਆਂ ਹੋਣਗੀਆਂ ਸਾਹਮਣੇ ਪ੍ਰੋਨਾਂਸੀਏਸ਼ਨ ਦੀਆਂ। ਅਤੇ ਅਖੀਰ 'ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਦਾ ਸਹੀ ਪ੍ਰੋਨਾਂਸੀਏਸ਼ਨ ਜਿਹੜਾ ਹੈ ਉਹ ਹੈ ਨੈਸੈਸਰੀ। ਜੀ ਨੈਸੈਸਰੀ, ਸੌਰੀ, ਨੈਸੈਸਰੀ ਜੀ ਨੈਸੈਸਰੀ। ਹੁਣ ਜੋ ਸਾਡਾ ਪ੍ਰੋਨਾਂਸੀਏਸ਼ਨ ਸੀ ਉਹ ਜਿਹੜਾ ਸੀ ਉਹਦੇ 'ਚ ਤਕਰੀਬਨ ਸਾਰੇ ਹੀ ਉਹ ਸੈਕੰਡ ਸਿਲੇਬਲ ਸੈਸ ਜਿਹੜਾ ਹੈ ਉਹ ਤੇ ਸਟ੍ਰੈਸ ਉਸ 'ਤੇ ਪ੍ਰਾਇਮਰੀ ਸਟ੍ਰੈਸ ਦਿੰਦੇ ਸੀ। ਜੀ ਜਦੋਂ ਕਿ ਕਰੈਕਟ ਪ੍ਰੋਨਾਂਸੀਏਸ਼ਨ ਦੇ ਵਿੱਚ ਜਿਹੜਾ ਪ੍ਰਾਇਮਰੀ ਸਟ੍ਰੈਸ ਹੈ ਉਹ ਸ਼ੁਰੂ ਦਾ ਸਿਲੇਬਲ ਜਿਹੜਾ ਹੈ ਨੈ ਜੀ ਉਹਦੇ 'ਤੇ ਆਉਂਦਾ ਹੈ। ਸਾਨੂੰ ਕਿਸੇ ਨੂੰ ਪਤਾ ਨਹੀਂ ਸੀ, ਅਤੇ ਉਦੋਂ ਤੋਂ ਮੈਨੂੰ ਇਹ ਹੋਇਆ ਵੀ ਹੈ ਕਮਾਲ ਦੀ ਗੱਲ ਹੈ, 60 ਅੰਗਰੇਜ਼ੀ ਪੜ੍ਹਾਉਣ ਵਾਲੇ ਕਾਲਜ ਦੇ ਟੀਚਰ, ਜੀ ਅਤੇ ਉਹਨਾਂ 'ਚੋਂ ਕਿਸੇ ਨੂੰ ਵੀ ਇੱਕ ਇਹੋ ਜਿਹੇ ਵਰਡ ਜਿਹੜਾ ਕਿ ਬਹੁਤ ਹੀ ਕਾਮਨ ਹੈ
ਉਹਦਾ ਸਹੀ ਪ੍ਰੋਨਾਂਸੀਏਸ਼ਨ ਨਹੀਂ ਪਤਾ, ਬੜੀ ਸ਼ਰਮ ਵਾਲੀ ਗੱਲ ਹੈ। ਫਰੈਸ਼ ਸਾਹਿਬ, ਸਮਾਂ ਵੀ ਕਾਫੀ ਹੋ ਰਿਹਾ, ਹੁਣ ਆਪਾਂ ਪ੍ਰੋਗਰਾਮ ਨੂੰ ਵਾਈਂਡ ਅਪ ਵੀ ਕਰ ਰਹੇ ਹਾਂ। ਬਸ ਆਖਰੀ ਸਵਾਲ ਇਹ ਕਿ ਜਿੱਥੇ ਆਪਾਂ ਸਟ੍ਰੈਸ ਦੀ ਗੱਲ ਕੀਤੀ ਉਹਦੇ ਐਕਸੈਂਟ ਦੀ ਗੱਲ ਵੀ ਆਉਂਦੀ ਹੈ। ਹੁਣ ਬੜੇ ਸਾਰੇ ਵਰਡਸ ਨੇ ਜਿਹੜੇ ਅੰਗਰੇਜ਼ੀ ਲੈਂਗੁਏਜ ਦੇ ਵਿੱਚ ਦਖਲਅੰਦਾਜ਼ੀ ਕਰਨ ਲੱਗ ਗਏ ਨੇ। ਇਸੇ ਤਰ੍ਹਾਂ ਹੁਣ ਜਿਵੇਂ IT ਹੈ, ਉਹਨਾਂ ਦੀ ਹੋਰ ਕਿਸਮ ਦੀ ਟਰਮਸ ਹੁੰਦੀਆਂ, ਸਾਇੰਟੀਫਿਕ ਟਰਮਸ ਹੋਰ ਨੇ, ਟੈਕਨੋਲੋਜੀ ਦੀ ਹੋਰ ਹੈ। ਤਾਂ ਹੁਣ ਜਿਵੇਂ ਇੱਕ ਲਫ਼ਜ਼ ਹੈ ਵੌਕਸ ਵੈਗਨ ਅਸੀਂ ਕਹਿੰਦੇ ਹਾਂ, ਪਰ ਜਿਹੜਾ ਐਗਜ਼ੈਕਟ ਇਹਦਾ ਉਚਾਰਨ ਆ ਉਹ ਦੈਟ ਇਜ਼ ਫੌਕਸ ਵੈਗਨ, ਹੈ ਨਾ। ਅਤੇ ਇਸੇ ਤਰ੍ਹਾਂ ਹੁਣ ਐਕਸੈਂਟਸ ਦੀ ਵੀ ਸਾਨੂੰ ਸਮਝ ਹੋਣੀ ਚਾਹੀਦੀ ਹੈ। ਮਤਲਬ ਕੁੱਲ ਮਿਲਾ ਕੇ ਵੀ ਦੇਖਿਆ ਜਾਵੇ ਤਾਂ ਕਾਫੀ ਲੰਬਾ ਚੌੜਾ ਇਹਦਾ ਪ੍ਰੋਸੀਜਰ ਹੈ ਜਿਹਨੂੰ ਅਸੀਂ ਲਰਨ ਕਰਨਾ ਹੈ, ਧਿਆਨ 'ਚ ਲਿਆਉਣਾ ਹੈ, ਧਿਆਨ 'ਚ ਰੱਖਣਾ ਹੈ ਹਰ ਵਕਤ ਬੋਲਦੇ ਵੇਲੇ। ਇਹਦੇ 'ਚ ਬੇਟੇ ਦੋ ਚੀਜ਼ਾਂ ਨੇ ਜੀ। ਇੱਕ ਤਾਂ ਜਿਹੜਾ ਹੈਗਾ ਵਰਡ ਦਾ ਪ੍ਰੋਨਾਂਸੀਏਸ਼ਨ ਸਹੀ ਸਾਨੂੰ ਸਿੱਖਣਾ ਪੈਣਾ ਜੀ। ਵਰਡ ਦੇ ਪ੍ਰੋਨਾਂਸੀਏਸ਼ਨ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ, ਕਰੈਕਟ ਸਾਊਂਡਸ ਤੇ ਕਰੈਕਟ ਸਟ੍ਰੈਸ। ਜੀ। ਅੰਗਰੇਜ਼ੀ ਦੇ ਵਿੱਚ ਜਿਹੜਾ ਸਿਲੇਬਲਸ, ਤਿੰਨ ਤਰ੍ਹਾਂ ਦਾ ਸਟ੍ਰੈਸ ਜਿਹੜਾ ਹੈਗਾ, ਪ੍ਰਾਇਮਰੀ ਸਟ੍ਰੈਸ ਤੇ ਸੈਕੰਡਰੀ ਸਟ੍ਰੈਸ ਔਰ ਅਨਸਟ੍ਰੈਸਡ। ਜੀ। ਤੇ ਇਹ ਵੀ ਸਾਨੂੰ ਦੇਖਣਾ ਪਏਗਾ ਕਿ ਪ੍ਰਾਇਮਰੀ ਸਟ੍ਰੈਸ ਕਿਹੜੇ ਸਿਲੇਬਲ ਤੇ ਆਉਣਾ ਵਰਡ ਦੇ, ਸੈਕੰਡਰੀ ਸਟ੍ਰੈਸ ਅਗਰ ਹੈ ਤਾਂ ਕਿਹੜੇ ਪਾਰਟ ਤੇ ਆਉਣਾ ਹੈਗਾ। ਤੇ ਇਹ ਸਾਨੂੰ ਬਿਨਾਂ ਦੇਖੇ ਜਾਂ ਬਿਨਾਂ ਸੁਣੇ ਪਤਾ ਨਹੀਂ ਲੱਗ ਸਕਦਾ। ਦੂਜੀ ਗੱਲ ਜਿਹੜੀ ਹੈ ਉਹ ਇਹ ਹੈ, ਉਹਨੂੰ ਸੈਂਟੈਂਸ ਸਟ੍ਰੈਸ ਕਹਿੰਦੇ ਹਾਂ ਅਸੀਂ। ਜੀ। ਸੈਂਟੈਂਸ ਨੂੰ ਵੀ ਕਿਵੇਂ ਬੋਲਣਾ ਹੈ, ਉਸ ਦੀ ਸੈਂਟੈਂਸ ਦੀ ਟੋਨ, ਉਹਨੂੰ ਕਿਹੜੀ ਟੋਨ ਦੇ ਵਿੱਚ ਬੋਲਣਾ ਹੈ, ਤੇ ਇਹ ਵੀ ਸਿੱਖਣਾ ਪਏਗਾ। ਜੀ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਸੈਂਟੈਂਸ ਲਿਖਤੀ ਰੂਪ ਵਿੱਚ ਤਾਂ ਸੈਂਟੈਂਸ ਅਸੀਂ ਕਹਾਂਗੇ ਤਾਂ ਸੇਮ ਸੈਂਟੈਂਸ ਹੈ। ਜੀ। ਠੀਕ ਹੈ ਨਾ। ਹੁਣ ਇੱਕ ਸਿੰਪਲ ਜਿਹਾ ਸੈਂਟੈਂਸ ਹੈ, ਦਿਸ ਇਜ਼ ਅ ਬੁੱਕ। ਇਹਨੂੰ ਅਸੀਂ ਕਈ ਤਰੀਕੇ ਨਾਲ ਬੋਲ ਸਕਦੇ ਹਾਂ। ਅਸੀਂ ਕਹਿ ਸਕਦੇ ਹਾਂ ਦਿਸ ਇਜ਼ ਅ ਬੁੱਕ, ਠੀਕ ਹੈ ਨਾ। ਅਸੀਂ ਇਹਨੂੰ ਇਹ ਦਿਸ ਇਜ਼ ਅ ਬੁੱਕ, ਦਿਸ ਇਜ਼ ਅ ਬੁੱਕ। ਜੀ। ਦਿਸ ਇਜ਼ ਅ ਬੁੱਕ। ਐਕਚੁਅਲੀ ਮੈਂ 3 ਡਿਫਰੈਂਟ ਸੈਂਟੈਂਸਸ ਬੋਲ ਦਿੱਤੇ। ਜੀ। ਜੀ। ਠੀਕ ਹੈ ਨਾ। ਜਦੋਂ ਮੈਂ ਕਿਹਾ ਦਿਸ ਇਜ਼ ਅ ਬੁੱਕ ਤਾਂ ਮੈਂ ਦੱਸ ਰਿਹਾ। ਜੀ। ਠੀਕ ਹੈ ਨਾ, ਮੈਂ ਦੱਸ ਰਿਹਾ। ਤੇ ਜਦੋਂ ਮੈਂ ਕਹਿੰਦਾ ਦਿਸ ਇਜ਼ ਅ ਬੁੱਕ, ਹੁਣ ਇਹ ਜਿਹੜਾ ਟੋਨ ਦਾ ਫਰਕ ਪੈ ਗਿਆ ਨਾ, ਜੀ। ਇਹਨੇ ਉਸੇ ਸੈਂਟੈਂਸ ਨੂੰ ਕੁਐਸਚਨ ਬਣਾ ਦਿੱਤਾ। ਐਗਜ਼ੈਕਟਲੀ। ਮੈਂ ਪੁੱਛ ਰਿਹਾ ਕਿ ਇਹ ਬੁੱਕ ਹੈ, ਤੇ ਜੇ ਮੈਂ ਹੁਣ ਦਿਸ ਇਜ਼ ਅ ਬੁੱਕ, ਤੇ ਮੈਂ ਹੈਰਾਨੀ ਜੀ। ਪ੍ਰਗਟ ਕਰ ਰਿਹਾ। ਐਕਸਪ੍ਰੈਸ਼ਨਸ ਤੁਹਾਡੇ ਨਾਲ। ਹਾਂ, ਇਹ ਐਕਸਕਲੇਮੇਸ਼ਨ ਹੋ ਗਈ। ਤੇ ਉਹ ਸੇਮ ਸੈਂਟੈਂਸ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਐਕਸਕਲੇਮੇਸ਼ਨ ਬਣ ਗਿਆ। ਤੇ ਇੱਕੋ ਹੀ ਸੈਂਟੈਂਸ ਹੈ, ਉਹ ਬੋਲਣ ਦੇ ਵਿੱਚ 3 ਡਿਫਰੈਂਟ ਤਰੀਕੇ ਨਾਲ ਬੋਲਿਆ ਗਿਆ, ਤੇ ਡਿਫਰੈਂਟ ਟੋਨ ਦੇ ਵਿੱਚ, ਟੋਨ ਦਾ ਡਿਫਰੈਂਟ ਪੈਟਰਨ ਲੈ ਕੇ ਬੋਲਿਆ ਗਿਆ, ਤੇ ਉਹ 3 ਡਿਫਰੈਂਟ ਸੈਂਟੈਂਸਸ ਬਣ ਗਏ। ਜਦੋਂ ਕਿ ਵਰਡਸ ਸੇਮ ਨੇ, ਉਹਨਾਂ ਦਾ ਵਰਡਸ ਦਾ ਅਰੇਂਜਮੈਂਟ, ਉਹਨਾਂ ਦਾ ਆਰਡਰ ਸੇਮ ਹੈ। ਠੀਕ ਹੈ ਨਾ। ਸਿਰਫ ਬੋਲਣ ਦੀ ਟੋਨ ਨੇ ਉਹ ਸੈਂਟੈਂਸ ਬਦਲ ਦਿੱਤਾ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਵੀ ਕਰਕੇ। ਅਸੀਂ ਕਾਫੀ ਚੀਜ਼ਾਂ ਡਿਸਕਸ ਵੀ ਕੀਤੀਆਂ। ਮੈਂ ਜਾਂਦੇ ਜਾਂਦੇ ਨਾ ਤੁਹਾਡੇ ਨਾਲ ਇੱਕ ਨਿੱਕਾ ਜਿਹਾ ਆਪਣੇ ਕਲਾਸਰੂਮ ਦਾ ਕਿੱਸਾ ਵੀ ਸ਼ੇਅਰ ਜ਼ਰੂਰ ਕਰਾਂਗੀ। ਸਾਡੀ ਇੰਗਲਿਸ਼ ਕਲਾਸ ਸੀ ਤੇ ਉੱਥੇ ਐਕਟਿਵ ਔਰ ਪੈਸਿਵ ਚੱਲ ਰਹੇ ਸੀ। ਐਕਟਿਵ ਸੈਂਟੈਂਸਿਸ ਨੂੰ ਕਨਵਰਟ ਕਰਨਾ ਸੀ ਪੈਸਿਵ, ਜਾਂ ਪੈਸਿਵ ਨੂੰ ਐਕਟਿਵ ਵਿੱਚ ਕਰਦੇ ਹਾਂ। ਤਾਂ ਉੱਥੇ ਟੀਚਰ ਨੇ ਨਾ ਕਿਸੇ ਸਟੂਡੈਂਟ ਨੂੰ ਖੜਾ ਕੀਤਾ, ਵੀ ਸੈਂਟੈਂਸ ਦਿੱਤਾ, ਦ ਗਰਲ ਇਜ਼ ਰਾਈਡਿੰਗ ਔਨ ਅ ਹਾਰਸ। ਤੇ ਕਹਿੰਦੇ ਵੀ ਐਕਟਿਵ ਪੈਸਿਵ ਚੱਲ ਰਹੇ ਨੇ, ਵੀ ਇਹਨੂੰ ਕਨਵਰਟ ਕਰੋ। ਤੇ ਉਹਨੇ ਕਨਵਰਟ ਕੀ ਕੀਤਾ, ਦਾ ਹਾਰਸ ਇਜ਼ ਰਾਈਡਿੰਗ ਔਨ ਅ ਗਰਲ। ਸੋ ਇਸ ਕਿਸਮ ਦੇ ਹਾਸੋਹੀਣੀਆਂ ਚੀਜ਼ਾਂ ਵੀ ਕਲਾਸਰੂਮ ਦੇ ਵਿੱਚ ਬਹੁਤ ਵਾਪਰਦੀਆਂ ਨੇ। ਸੋ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਕਾਫੀ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਫਿਰ ਕਦੇ ਰਾਬਤਾ ਕਾਇਮ ਜ਼ਰੂਰ ਕਰਾਂਗੇ। ਫਿਲਹਾਲ ਸਮੇਂ ਦੀ ਸੀਮਾ ਨੂੰ ਸਮਝਣਾ ਸਾਡਾ ਧਰਮ ਹੈ, ਤੇ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਪ੍ਰੋਗਰਾਮ ਨੂੰ ਕੀਤਾ ਹੋਵੇਗਾ ਪਸੰਦ। ਮੈਂ ਗੁਰਨੀਤ ਚਾਹੁੰਦੀ ਹਾਂ ਇਜਾਜ਼ਤ। ਬਹੁਤ ਬਹੁਤ ਧੰਨਵਾਦ।